ਕੈਪਟਨ ਅਮਰਿੰਦਰ ਸਿੰਘ। ਕੈਪਟਨ ਅਮਰਿੰਦਰ ਸਿੰਘ 2002 ਤੋਂ ਬੜੇ ਵਧੀਆ ਬੰਦੇ ਸੀ। ਪਤਾ ਨਹੀਂ ਕਿਉਂ ਗੁੰਮਰਾਹ ਹੋ ਗਏ। ਦੇਖੋ, ਮੈਂ ਅੱਜ ਵੀ ਪੂਰੀ ਕੈਪਟਨ ਸਾਹਿਬ ਦੀ ਰਿਸਪੈਕਟ ਕਰਦਾ। ਨੈਸ਼ਨਲਿਸਟ ਆ, ਦਲੇਰ ਆ, ਧਰਮ 'ਚ ਪੱਕਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ। ਸਰਦਾਰ ਪ੍ਰਕਾਸ਼ ਸਿੰਘ ਬੜੇ ਦੂਰ ਅੰਦੇਸ਼ੀ ਆਦਮੀ ਨੇ। ਵਾਕਿਆ ਹੀ ਉਹਨਾਂ ਦੇ ਨਾਲ ਦਾ ਮਿਆਰੀ ਬੰਦਾ ਕੋਈ। ਸੁਖਬੀਰ ਸਿੰਘ ਬਾਦਲ। ਮੇਰੇ ਖਿਆਲ ਉਹਨਾਂ ਦੇ ਪਰਿਵਾਰ ਹੀ ਡੁੱਬ ਲਿਆ। ਉਹ ਤਾਂ ਮੈਂ ਕਹੂੰਗਾ ਕਿ ਪਰ ਉਹ ਸ਼ਰਾਫਤ ਤੇ ਹੈਗੀ ਆ, ਪਰ ਉਹਨੂੰ ਸੰਭਲ ਜਾਣਾ ਚਾਹੀਦਾ ਤੇ ਮੇਰੇ ਖਿਆਲ ਠੀਕ ਹੋ ਜਾਊਗਾ। ਭਗਵੰਤ ਮਾਨ। ਇਹ ਤੇ ਇਹਨਾਂ ਬਾਰੇ ਤਾਂ ਮੈਂ ਕੁਝ ਕਹਿ ਹੀ ਨਹੀਂ ਸਕਦਾ ਕਿ ਜਿਹੜਾ ਚੀਫ ਮਿਨਿਸਟਰ ਨੂੰ ਦੂਜੇ ਦੀ ਰਿਸਪੈਕਟ ਹੀ ਨਹੀਂ ਪਤਾ ਤੇ ਨੁਕਸਾਨ ਹੋਏਗਾ ਪੰਜਾਬ ਦਾ। ਚਰਨਜੀਤ ਸਿੰਘ ਚੰਨੀ। ਚੰਨੀ ਸਾਹਿਬ ਸ਼ਰੀਫ ਆਦਮੀ ਸੀ। ਉਹਨਾਂ ਨੇ ਜੋ ਪੰਜਾਬ ਲਈ ਕੀਤਾ ਤੁਹਾਨੂੰ ਵੀ ਪਤਾ। ਬੜੇ ਵਧੀਆ ਵਧੀਆ ਸਟੈਪ ਚੁੱਕੇ, ਪਰ ਪਤਾ ਨਹੀਂ ਲੋਕਾਂ ਨੇ ਕਿਉਂ ਇਗਨੋਰ ਕੀਤਾ ਤੇ ਕਿਉਂ ਕੀਤਾ। ਇਹਦੇ 'ਚ ਨਵਜੋਤ ਸਿੱਧੂ। ਉਹਨਾਂ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਮੇਰੀ ਉਹਨਾਂ ਨਾਲ ਬਹੁਤ ਹੈ ਨਹੀਂ। ਅਮਰਿੰਦਰ ਸਿੰਘ ਰਾਜਾ ਵੜਿੰਗ। ਵਧੀਆ ਮੁੰਡਾ, ਕੰਮ ਚਲਾ ਰਿਹਾ, ਐਨਰਜੈਟਿਕ ਹੈ। ਸਤਿ ਸ਼੍ਰੀ ਅਕਾਲ ਜੀ। ਦਾ ਅਨਮਿਊਟ ਦੇਖ ਰਹੇ ਹੋ ਤੁਸੀਂ। ਮੈਂ ਹਾਂ ਤਜਿੰਦਰ ਫਤਿਹਪੁਰ। ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਬਜਟ ਸੈਸ਼ਨ ਹੈ ਉਹਦੀ ਸ਼ੁਰੂਆਤ ਹੋ ਚੁੱਕੀ ਹੈ। ਕੱਲ ਪਹਿਲਾ ਦਿਨ ਸੀ ਬਜਟ ਸੈਸ਼ਨ ਦਾ ਤੇ ਅੱਜ ਤੇ ਕੱਲ 2 ਦਿਨ ਦੀ ਛੁੱਟੀ ਹੈ ਤੇ ਫਿਰ ਸੋਮਵਾਰ ਤੋਂ ਸਟਾਰਟ ਹੈ ਸੈਸ਼ਨ। ਇਸ ਸੈਸ਼ਨ ਦੇ ਵਿੱਚ ਵਿਰੋਧੀ ਧਿਰ ਵੀ ਰੂਲਿੰਗ ਪਾਰਟੀ ਨੂੰ, ਆਮ ਆਦਮੀ ਪਾਰਟੀ ਨੂੰ ਘੇਰਨ ਦੀ ਤਿਆਰੀ ਕਰ ਚੁੱਕੀ ਹੈ। ਸੋ ਪੰਜਾਬ ਦਾ ਤਮਾਮ ਮਾਹੌਲ ਕੀ ਹੈ ਤੇ ਬਜਟ ਸੈਸ਼ਨ ਦੇ ਵਿੱਚ ਕਾਂਗਰਸ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਘੇਰੇਗੀ, ਤਮਾਮ ਗੱਲਾਂ ਬਾਤਾਂ ਕਰਨ ਲਈ ਸਾਡੇ ਨਾਲ ਇਸ ਵੇਲੇ ਸਟੂਡੀਓ 'ਚ ਮੌਜੂਦ ਨੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ। ਰੰਧਾਵਾ ਸਾਹਿਬ, ਤੁਹਾਡਾ ਸਵਾਗਤ ਹੈ। ਰੰਧਾਵਾ ਸਾਹਿਬ, ਸਭ ਤੋਂ ਪਹਿਲਾਂ ਆਪਾਂ ਬਜਟ ਸੈਸ਼ਨ ਦੀ ਗੱਲ ਕਰ ਲਈਏ ਕਿਉਂਕਿ ਸੈਸ਼ਨ ਸ਼ੁਰੂ ਹੋ ਗਿਆ। ਕੱਲ ਕਾਂਗਰਸ ਵੱਲੋਂ ਵਾਕਆਊਟ ਕੀਤਾ ਗਿਆ। ਗਵਰਨਰ ਸਾਹਿਬ ਨੇ ਕੱਲ ਭਾਸ਼ਣ ਦਿੱਤਾ। ਉਸ ਤੋਂ ਬਾਅਦ ਜਿਹੜਾ ਉਸ ਦੌਰਾਨ ਹੀ ਪ੍ਰਤਾਪ ਸਿੰਘ ਬਾਜਵਾ ਸਵਾਲ ਕਰ ਰਹੇ ਸਨ ਤੇ ਫਿਰ ਵਾਕਆਊਟ ਕੀਤਾ ਗਿਆ। ਸੋ ਕਾਂਗਰਸ ਦੀ ਕੀ ਤਿਆਰੀ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਦੂਜਾ ਬਜਟ ਸੈਸ਼ਨ ਹੈ ਇਹ, ਉਹਨੂੰ ਲੈ ਕੇ? ਔਰ ਇਸ ਤਰ੍ਹਾਂ ਜੇ ਕਾਂਗਰਸ ਵਾਕਆਊਟ, ਇਹ ਵੀ ਮੈਂ ਨਾਲ ਹੀ ਪੁੱਛ ਲਵਾਂ ਕਿ ਇਸ ਤਰ੍ਹਾਂ ਜੇ ਕਾਂਗਰਸ ਵਾਕਆਊਟ ਕਰੇਗੀ ਤਾਂ ਜਿਹੜੇ ਪੰਜਾਬ ਦੇ ਮੁੱਦਿਆਂ ਬਾਰੇ ਜਾਂ ਜਿਹੜੀਆਂ ਤੁਸੀਂ ਅੰਦਰ ਗੱਲਾਂ ਕਰਨੀਆਂ ਨੇ ਉਹ ਕਿਵੇਂ ਕਰੋਗੇ? ਦੇਖੋ, ਜਿਹੜੀ ਕੱਲ੍ਹ ਦੀ ਵਾਕਆਊਟ ਵਾਲੀ ਗੱਲ ਹੈ ਉਹ ਤੇ ਅਸੀਂ ਇਹ ਰੱਖਿਆ ਸੀ ਕਿ ਗਵਰਨਰ ਸਾਹਿਬ ਜਦੋਂ ਉੱਠ ਕੇ ਬੋਲਣ ਲੱਗੇ ਨੇ, ਉਹਨਾਂ ਨੇ ਕਿਹਾ ਕਿ ਮੇਰੀ ਸਰਕਾਰ, ਉਹਨਾਂ ਨੂੰ ਕਿਹਾ ਕਿ ਤੁਹਾਡੀ ਸਰਕਾਰ ਤੇ ਤੁਹਾਨੂੰ ਗਵਰਨਰ ਹੀ ਨਹੀਂ ਮੰਨ ਰਹੀ। ਬੜਾ ਕਲੀਅਰ ਕੱਟ ਤੁਹਾਨੂੰ ਸਾਰਿਆਂ ਨੂੰ ਪਤਾ, ਤੁਹਾਡੇ ਸਾਰੇ ਚੈਨਲਾਂ 'ਤੇ ਚੱਲਿਆ ਕਿ ਇਹਨਾਂ ਨੇ, ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਇਲੈਕਟਿਡ ਗਵਰਨਰ ਹੋ, ਮੈਂ 3 ਕਰੋੜ ਲੋਕਾਂ ਨੂੰ ਜਵਾਬ ਦੇ ਹਾਂ, ਤੁਹਾਨੂੰ ਮੈਂ ਕੋਈ ਜਵਾਬ ਨਹੀਂ ਦੇਣਾ। ਤੇ ਇਸ ਦਾ ਮਤਲਬ ਕਿ ਜਿਹੜੇ ਗਵਰਨਰ ਨੂੰ ਆਪਣਾ ਗਵਰਨਰ ਨਹੀਂ ਮੰਨਦੇ ਤੇ ਉਹ ਕਿਵੇਂ ਕਹਿ ਸਕਦੇ ਕਿ ਮਾਈ ਗਵਰਨਮੈਂਟ? ਤੇ ਫਿਰ ਉਹਨਾਂ ਨੂੰ ਪੁੱਛਿਆ ਕਿ ਜੇ ਤੁਹਾਨੂੰ ਇਹ ਗਵਰਨਰ ਨਹੀਂ ਮੰਨਦੇ, ਪਹਿਲਾਂ ਇਹ ਤੇ ਚੀਫ ਮਿਨਿਸਟਰ ਉੱਠ ਕੇ ਖੜੇ ਹੋ ਕੇ ਕਹਿਣ ਕਿ ਅਸੀਂ ਤੁਹਾਨੂੰ ਆਪਣਾ, ਸਾਡੇ ਗਵਰਨਰ ਹੋ ਤੁਸੀਂ, ਤੇ ਫਿਰ ਤੇ ਅਸੀਂ ਬੈਠਦੇ ਹਾਂ। ਅਦਰਵਾਈਜ਼ ਜੇ ਤੁਹਾਨੂੰ ਗਵਰਨਰ ਹੀ ਨਹੀਂ, ਤੁਸੀਂ ਕਿਸ ਕਪੈਸਿਟੀ 'ਚ ਅੱਜ ਇੱਥੇ ਐਡਰੈਸ ਪੇਸ਼ ਕਰਨ ਆਏ ਹੋ, ਇਹਦੀ ਕਲੈਰੀਫਿਕੇਸ਼ਨ ਦੇ ਦਿਓ। ਤੇ ਜਦੋਂ ਉਹਨਾਂ ਨੇ ਕਲੈਰੀਫਿਕੇਸ਼ਨ ਤੇ ਉਹਨਾਂ ਵੈਸੇ ਦੇ ਹੀ ਦਿੱਤੀ ਕਿ ਮੈਂ ਆਸ ਕਰਦਾ ਕਿ ਮੇਰੀਆਂ ਗੱਲਾਂ ਦਾ ਇਹ ਜਵਾਬ ਜ਼ਰੂਰ ਦੇਣਗੇ। ਜਿਹੜੇ ਇਹਨਾਂ ਨੇ ਇੰਨੀ ਗੱਲ ਕਹਿਣੀ ਤੇ ਉਹਦੇ ਬਾਅਦ ਇਹ ਵੀ ਕਹਿਣੇ ਕਿ ਬੁਰੀਆਂ ਆਦਤਾਂ ਜਿਹੜੀਆਂ ਨੇ ਪਬਲਿਕ ਡੋਮੇਨ 'ਚ ਆਉਣੀ ਚਾਹੀਦੀ, ਇਹਦੀ ਨਹੀਂ ਸਮਝ ਸਾਨੂੰ ਵੀ ਲੱਗੀ। ਤੇ ਚੀਫ ਮਿਨਿਸਟਰ ਸਾਹਿਬ ਤੇ ਗਵਰਨਰ ਸਾਹਿਬ ਸਮਝਦੇ ਹੋਣਗੇ ਕਿ ਜਿਹੜੇ ਉਹਨਾਂ ਕਹਿ ਕੇ ਕਈ ਵਾਰ ਸਾਥੀ ਚੰਗੀਆਂ ਬੁਰੀਆਂ ਆਦਤਾਂ ਨੂੰ ਠੀਕ ਕਰਨ ਲਈ ਸਲਾਹ ਵੀ ਦੇ ਦਿੰਦੇ ਨੇ। ਤੇ ਇਹ ਜਿਹੜੀਆਂ ਕੌਮੈਂਟ ਜਿਹੜੇ ਕੱਲ੍ਹ ਗਵਰਨਰ ਸਾਹਿਬ ਨੇ ਵੀ ਦਿੱਤੇ ਨੇ, ਤੇ ਬੜੀ ਹੈਰਾਨਗੀ ਦੀ ਗੱਲ ਹੈ ਕਿ ਜਿਸ ਵੇਲੇ ਉਹਨਾਂ ਨੇ ਗਵਰਨਮੈਂਟ ਕਿਹਾ, ਮਾਈ ਨਹੀਂ ਕਿਹਾ, ਤੇ ਚੀਫ ਮਿਨਿਸਟਰ ਸਾਹਿਬ ਜਦੋਂ ਉੱਠ ਕੇ ਬੋਲੇ ਉਸ ਵੇਲੇ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀ ਗਵਰਨਰ ਸਾਹਿਬ ਤੁਹਾਡੀ ਗਵਰਨਮੈਂਟ ਆ, ਕਿ ਜਿਹੜਾ ਵੀ ਕੋਈ, ਜੇ ਗਵਰਨਰ ਨੇ ਜੇ ਸੈਸ਼ਨ ਬੁਲਾਇਆ ਤੇ ਔਨ ਬਿਹਾਫ ਆਫ ਗਵਰਨਰ ਬੁਲਾਇਆ, ਤੇ ਜਿਹੜਾ ਐਡਰੈਸ ਆ ਉਹ ਵੀ ਔਨ ਬਿਹਾਫ ਆਫ ਗਵਰਨਰ ਆ। ਤੇ ਉਹ ਨਾ ਕਹਿਣ ਦੇ ਬਾਵਜੂਦ ਇਹ ਨਹੀਂ ਕਿਹਾ ਉੱਥੇ ਉਹਨਾਂ ਕਿਤੇ ਵੀ ਕਿਹਾ ਕਿ ਅਸੀਂ ਤੁਹਾਡੇ 'ਤੇ ਫੁੱਲ ਫੇਥ ਕਰਦੇ ਹਾਂ, ਇਹ ਨਹੀਂ ਕਿਤੇ ਵੀ ਕਿਹਾ। ਇਸ ਕਰਕੇ ਅਸੀਂ ਕਿਹਾ ਕਿ ਜੇ ਤੁਹਾਡਾ ਹੀ ਦੋਨਾਂ ਦਾ ਅਜੇ ਤੱਕ ਇਹ ਨਹੀਂ ਪਤਾ
ਕਿ ਤੁਹਾਨੂੰ ਗਵਰਨਮੈਂਟ ਨਹੀਂ ਸਮਝ, ਗਵਰਨਰ ਨਹੀਂ ਸਮਝਦੀ। ਤੁਸੀਂ ਉਹ ਆਣ ਕੇ ਗਵਰਨਰ ਐਡਰੈਸ ਪੇਸ਼ ਕੀਤਾ, ਔਰ ਇਹਦੇ ਕਰਕੇ ਹੀ ਆਖਿਆ ਜੇ ਤੁਸੀਂ ਇੱਦਾਂ ਹੀ ਆਪਸ ਵਿੱਚ ਹੀ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣਾ ਤਾਂ ਅਸੀਂ ਵਾਕਆਊਟ ਕਰਦੇ ਹਾਂ। ਇਹ ਸਾਡੇ ਕੋਲ ਤਾਂ ਪੇਪਰ ਆ ਹੀ ਗਏ ਤੇ ਪੜ੍ਹ ਹੀ ਲੈਣਾ ਸੀ। ਇਹ ਵੀ ਤੁਹਾਨੂੰ ਫਾਲਤੂ ਦਾ ਜਿਹੜਾ ਨਹੀਂ ਲੱਗਦਾ ਕਿ ਸਰਕਾਰ ਦੀ ਐਕਸਰਸਾਈਜ਼ ਹੋ ਰਹੀ ਹੈ, ਸਮਾਂ ਖਰਾਬ ਹੋ ਰਿਹਾ, ਖਜ਼ਾਨੇ ਤੇ ਭਾਰ ਹੈ ਕਿ ਗਵਰਨਰ ਸਾਹਿਬ ਕੋਈ ਚੀਜ਼ ਜਦੋਂ ਪੰਜਾਬ ਸਰਕਾਰ ਲਿਖ ਕੇ ਭੇਜਦੀ ਹੈ ਤਾਂ ਉੱਤੇ ਸਾਈਨ ਹੀ, ਜਿਵੇਂ ਸੈਸ਼ਨ ਹੀ ਲੈਣਾ ਸੀ, ਸੈਸ਼ਨ ਦੀ ਪ੍ਰਵਾਨਗੀ ਉਹਨਾਂ ਨੇ ਨਹੀਂ ਦਿੱਤੀ ਤੇ ਸਰਕਾਰ ਨੂੰ ਸੁਪਰੀਮ ਕੋਰਟ ਜਾਣਾ ਪਿਆ। ਸੁਭਾਵਿਕ ਹੈ ਕਿ ਵਕੀਲਾਂ ਨੇ ਵੀ ਚੰਗਾ ਪਰ ਮੇਰੀ ਗੱਲ ਸੁਣੋ, ਤੁਸੀਂ ਜੇ ਉਹਨੂੰ ਅਜੇ ਆਰਡਰ ਆਇਆ ਨਹੀਂਗਾ ਪੂਰਾ, ਜਿਸ ਵੇਲੇ ਉਸ ਆਰਡਰ ਨੂੰ ਪੜ੍ਹੋਗੇ ਤੇ ਉਹਦੇ 'ਚ ਬਹੁਤ ਕੁਝ ਆਉਣਾ ਕਿ ਗਵਰਨਮੈਂਟ ਨੂੰ ਕੀ ਕਿਹਾ ਤੇ ਗਵਰਨਰ ਨੂੰ ਕੀ, ਉਹ ਤੇ ਡਿਫਾਈਨ ਕਰ ਦਿੱਤਾ ਇੱਕ। ਤੇ ਮੇਰਾ ਖਿਆਲ ਇਹ ਗਵਰਨਮੈਂਟ ਲਈ ਐਮਬੈਰਸਮੈਂਟ ਹੋਏਗਾ ਜਦੋਂ ਪਬਲਿਕ ਡੋਮੇਨ 'ਚੋਂ ਪੂਰਾ ਆਰਡਰ ਆਏਗਾ। ਤਾਂ ਇਹੋ ਜਿਹੀਆਂ ਚੀਜ਼ਾਂ ਸਾਡੇ ਟਾਈਮ ਦੇ ਵਿੱਚ VP ਸਿੰਘ ਬਦਨੌਰ ਜਿਹੜੇ ਸੀਗੇ, ਉਹ ਗਵਰਨਰ ਸੀਗੇ, ਉਹਨਾਂ ਕਈ ਸਾਡੇ ਜਿਹੜੇ ਅਸੀਂ ਕੈਬਨਿਟ ਪਾਸ ਕਰਕੇ ਭੇਜਦੀ, ਮੇਰੇ ਖਿਆਲ ਉਹਨਾਂ ਨੇ ਬਹੁਤ ਵਾਰੀ ਉਹਨਾਂ ਨੂੰ ਵਾਪਸ ਭੇਜ ਦਿੱਤਾ। ਪਰ ਸਾਡੀ ਗਵਰਨਮੈਂਟ ਨੇ ਕਦੀ ਵੀ ਇਹੋ ਜਿਹਾ ਕਲੈਸ਼ ਨਹੀਂ ਹੋਣ ਦਿੱਤਾ ਕਿ ਡਿਫਰੈਂਸਿਸ ਨਹੀਂ ਹੋਣ ਦਿੱਤੇ ਗਵਰਨਰ ਔਰ ਸਟੇਟ ਦੇ ਵਿੱਚ, ਗਵਰਨਮੈਂਟ ਦੇ ਵਿੱਚ, ਕਿ ਉਸ ਟਾਈਮ BJP ਦੀ ਗਵਰਨਮੈਂਟ ਸੀ। ਤਾਂ ਅਸੀਂ ਇਹ ਰੌਲੀ ਪਾਉਂਦੇ ਕਿ ਗਵਰਨਰ BJP ਨਾਲ, ਗਵਰਨਰ ਕਨਸਟੀਟਿਊਸ਼ਨਲ ਹੈਡ ਆ, ਉਹਦੇ ਤੇ ਉਂਗਲ ਖੜੀ ਕਰਨਾ ਵੈਸੇ ਵੀ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਇਹੋ ਜਿਹਾ ਕੰਮ ਬਣਦਾ ਨਹੀਂ। ਤੇ ਇਹਨਾਂ ਨੇ ਜੇ ਕਹਿਣਾ ਕਿ ਗਵਰਨਰ ਇਲੈਕਸ਼ਨ ਕੋ ਨਾਭੇ ਤੋਂ MLA ਕਹਿੰਦਾ ਇਹਨੂੰ ਇਲੈਕਸ਼ਨ ਲੜ ਕੇ ਦੇਖੇ, ਕਮਾਲ ਹੋ ਗਈ ਹੈ ਕਿ ਜੇ ਇਹੋ ਜਿਹੀਆਂ ਗੱਲਾਂ ਆਪਾਂ ਇੱਕ ਕਨਸਟੀਟਿਊਸ਼ਨਲ ਹੈਡ ਜਿਹੜਾ ਸਾਨੂੰ ਸੀਕ੍ਰੇਸੀ ਦੀ, ਕਨਸਟੀਟਿਊਸ਼ਨ ਦੀ ਕਸਮ ਸਹੁੰ ਦਵਾਉਂਦਾ, ਤੇ ਉਹਦੇ ਤੇ ਉਂਗਲਾਂ ਖੜੀਆਂ ਕਰਨੀਆਂ ਮੇਰੇ ਖਿਆਲ ਬਹੁਤ ਮੰਦਭਾਗੀ। ਔਰ ਦੇਸ਼ ਦੀ ਨਹੀਂ, ਪੰਜਾਬ ਦੀ ਹਿਸਟਰੀ 'ਚ ਪਹਿਲੀ ਵਾਰ ਹੋਇਆ ਤੇ ਇਹੋ ਜਿਹੇ ਐਲੀਗੇਸ਼ਨ ਗਵਰਨਰ 'ਤੇ ਲੱਗੇ ਹੋਣ। ਤੇ ਇਹੋ ਜਿਹੀਆਂ ਗੱਲਾਂ ਆਪਣੀ ਸਪੀਚ ਦੇ ਵਿੱਚ, ਆਊਟ ਆਫ ਸਪੀਚ ਜਿਹੜੀਆਂ ਗੱਲਾਂ ਆਈਆਂ ਨੇ, ਔਨ ਰਿਕਾਰਡ ਨੇ, ਇਹ ਵੀ ਗਵਰਨਰ ਨੇ ਕਰਨੀਆਂ। ਮੇਰਾ ਖਿਆਲ ਪਹਿਲੀ ਵਾਰ ਹਿਸਟਰੀ 'ਚ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਇੱਕ ਬਾਰਡਰ ਸਟੇਟ ਹੋਣ ਦੇ ਨਾਤੇ ਇਹ ਬਹੁਤ ਖਤਰਨਾਕ ਚੀਜ਼ ਹੈ ਜਿਹੜੀ ਇਹ ਕੰਟਰੋਵਰਸੀ ਚੱਲੀ ਹੈ। ਸੋ ਪਹਿਲਾਂ ਵੀ ਗਵਰਨਰ ਇਸ ਤਰ੍ਹਾਂ ਕਰਦੇ ਰਹੇ ਨੇ ਕਿ ਪੰਜਾਬ ਸਰਕਾਰ ਜੋ ਭੇਜਦੀ ਸੀ ਬਹੁਤ ਸਾਰੀਆਂ ਚੀਜ਼ਾਂ ਨੂੰ ਮਨਜ਼ੂਰੀ ਨਹੀਂ ਦਿੰਦੇ ਰਹੇ ਜਾਂ ਅੜਿੱਕੇ ਲਾਉਂਦੇ ਰਹੇ। ਮੈਂ ਤੁਹਾਨੂੰ VP ਸਿੰਘ ਬਦਨੌਰ ਉਹਨਾਂ ਦੀ ਗੱਲ ਦੱਸ ਹੀ ਦਿੱਤੀ ਹੈ। ਇਹਨਾਂ ਦੇ ਆਫਿਸ 'ਚ ਹੀ ਪਏ ਹੋਣਗੇ ਉਹ। ਕਈ ਵਾਰ ਉਸ ਟਾਈਮ ਦੇ ਸੁਰੇਸ਼ ਕੁਮਾਰ, ਕੈਪਟਨ ਅਮਰਿੰਦਰ ਸਿੰਘ ਔਰ ਚੀਫ ਸੈਕਟਰੀ ਉਸ ਦੇ ਟਾਈਮ ਦੇ ਕਈ ਵਾਰ ਟਾਈਮ ਟੂ ਟਾਈਮ ਜਾ ਕੇ ਗਵਰਨਰ ਸਾਹਿਬ ਨੂੰ ਮਿਲਦੇ ਰਹੇ ਨੇ, ਫਿਰ ਵੀ ਨਹੀਂ ਸੀ ਮੰਨਦੇ। ਅਸੀਂ ਕਦੀ ਨਹੀਂ ਸੀ ਬਾਹਰ ਆਣ ਕੇ ਗੱਲ ਕੀਤੀ। ਇਸ ਵਾਰੀ ਕਾਂਗਰਸ ਵੱਲੋਂ, ਤੁਹਾਡੇ ਵੱਲੋਂ ਕੀ ਤਿਆਰੀ ਹੈ? ਆਮ ਆਦਮੀ ਪਾਰਟੀ ਸਰਕਾਰ ਜਿਹੜੇ ਬਜਟ ਸੈਸ਼ਨ ਦੇ ਵਿੱਚ ਹੁੰਦਾ ਹੈ ਕਿ ਜਿਹੜੀਆਂ ਪੰਜਾਬ ਨੂੰ ਲੈ ਕੇ ਜਿਹੜੇ ਮੁੱਦੇ ਨੇ, ਜਿਹੜੇ ਤੁਸੀਂ ਲੱਗਦਾ ਕਿ ਤੁਹਾਨੂੰ ਬਾਹਰ ਰਹਿ ਕੇ ਨਹੀਂ, ਅਸੀਂ ਵਿਧਾਨ ਸਭਾ ਦੇ ਵਿੱਚ ਉਹ ਮੁੱਦੇ ਚੁੱਕਾਂਗੇ, ਸਰਕਾਰ ਦਾ ਧਿਆਨ ਦਿਵਾਵਾਂਗੇ, ਸੋ ਉਹ ਕੀ ਤਿਆਰੀ ਹੈ ਤੁਹਾਡੀ? ਪਹਿਲੀ ਗੱਲ ਤੇ ਜਿਹੜੀ ਗਵਰਨਮੈਂਟ ਹੁੰਦੀ ਆ ਜੀ, ਉਹ ਆਪੋਜੀਸ਼ਨ ਨੂੰ ਬੜੀ ਪੇਸ਼ੈਂਸਲੀ ਸੁਣਦੀ ਆ ਜੀ। ਔਰ ਮੇਰੇ ਖਿਆਲ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਸਪੀਕਰ ਸਾਹਿਬ ਵੀ ਬੈਠੇ ਨੇ ਔਰ ਇਹਨਾਂ ਨੂੰ ਮੈਕਸੀਮਮ ਟਾਈਮ ਦਿੰਦੀ ਰਹੀ ਗਵਰਨਮੈਂਟ। ਤੁਸੀਂ ਵੀ ਵੇਖਦੇ ਰਹੋ ਸਪੀਕਰ ਸਾਹਿਬ ਨੂੰ, ਅਸੀਂ ਕਈ ਵਾਰ ਆਪਣੇ ਸਪੀਕਰ ਨਾਲ ਨਾਰਾਜ਼ ਵੀ ਹੋ ਜਾਂਦੇ ਸੀ ਕਿ ਤੁਸੀਂ ਇਹਨਾਂ ਨੂੰ ਵੱਧ ਟਾਈਮ ਦੇ ਜਾਂਦੇ ਹੋ। ਪਹਿਲੀ ਗੱਲ ਤੇ ਗਵਰਨਮੈਂਟ ਨੂੰ ਔਰ ਚੀਫ ਮਿਨਿਸਟਰ ਨੂੰ ਖਾਸ ਕਰਕੇ ਬੜਾ ਸੰਜੀਦਾ ਹੋਣਾ ਪੈਂਦਾ ਔਰ ਪੇਸ਼ੈਂਸ ਰੱਖਣੀ ਪੈਂਦੀ ਹੈ, ਜੋ ਇਹਨਾਂ ਚੀਫ ਮਿਨਿਸਟਰ ਸਾਹਿਬ 'ਚ ਬਹੁਤ ਘੱਟ ਆ ਦੇਖਣ 'ਚ ਮਿਲੀ। ਹਰ ਚੀਜ਼ ਨੂੰ ਅਗਲੇ ਨੂੰ ਚੋਰ ਸਮਝਣਾ, ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਆ। ਇਹ ਜਿਹੜੀਆਂ ਚੀਜ਼ਾਂ ਨੇ, ਅਸੀਂ ਫਿਰ ਵੀ ਆਪਣੇ ਜਿਹੜੇ ਪੰਜਾਬ ਦੇ ਮੁੱਦੇ ਨੇ, ਲਾਅ ਐਂਡ ਆਰਡਰ ਦੀ ਹਾਲਾਤ ਕੀ ਨੇ, ਗੈਂਗਿਜ਼ਮ ਬਹੁਤ ਬੁਰੀ ਤਰ੍ਹਾਂ ਵੱਧ ਗਿਆ, ਨਸ਼ੇ ਬੜੀ ਓਪਨ ਮਾਰਕੀਟ 'ਚ ਹੀ ਵਿਕਣ ਲੱਗ ਪਏ ਨੇ, ਔਰ ਅੰਮ੍ਰਿਤਪਾਲ ਸਿੰਘ ਜਿਹੜਾ ਹੁਣ ਤੁਰਿਆ ਪੰਜਾਬ ਦੇ ਵਿੱਚ, ਇਹਦੇ ਬਾਰੇ, ਇਹ ਸਾਰੀਆਂ ਚੀਜ਼ਾਂ ਪੰਜਾਬ ਦੀ ਇਕੋਨਮੀ ਬਾਰੇ, ਪੰਜਾਬ ਦੇ ਵਿੱਚ ਹੋਰ ਜਿਹੜੇ ਮੁੱਦੇ ਨੇ ਉਹਨਾਂ ਨੂੰ ਆਪਾਂ ਉਠਾਵਾਂਗੇ। ਵਾਕਆਊਟ ਤੇ ਆਪੋਜੀਸ਼ਨ ਦਾ ਰਾਈਟ ਹੈ, ਉਹ ਤਾਂ ਬਣਦਾ ਜਦੋਂ ਸਰਕਾਰ ਨਾ ਸੁਣਦੀ ਹੋਏ। ਜੇ ਅੱਗੋਂ ਚੀਫ ਮਿਨਿਸਟਰ ਆਰਾਮ ਨਾਲ ਸੁਣੇਗਾ ਜੀ ਤੇ ਬਿਲਕੁਲ ਸੁਣਾਵਾਂਗੇ, ਤੇ ਜੇ ਸੁਣਨਾ ਹੀ ਨਹੀਂ, ਲਾਲਾ ਕਰਨ ਲੱਗ ਪੈਣਾ, ਮੱਛੀ ਮਾਰਕੀਟ ਬਣਾ ਦੇਣੀ, ਤੇ ਉਹ ਠੀਕ ਨਹੀਂ ਲੱਗਦਾ। ਸੋ ਤਮਾਮ ਮੁੱਦਿਆਂ ਨੂੰ ਤੁਸੀਂ ਵਿਧਾਨ ਸਭਾ 'ਚ ਚੁੱਕੋਗੇ, ਪਰ ਬੀਤੇ ਦਿਨੀ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਬਣਿਆ ਪਿਆ, ਨੈਸ਼ਨਲ ਮੀਡੀਆ ਵੀ ਉਸ ਚੀਜ਼ ਨੂੰ ਬਹੁਤ ਕਵਰੇਜ ਦੇ ਰਹੀ ਹੈ। ਵੱਖ-ਵੱਖ ਚੈਨਲ ਨੇ ਜਿਹੜੇ ਜਾ ਕੇ ਇੰਟਰਵਿਊ ਕਰ ਰਹੇ ਆ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ, ਜਿਹੜੀ ਅਜਨਾਲਾ ਥਾਣਾ ਦੇ ਵਿੱਚ ਘਟਨਾ ਵਾਪਰੀ ਹੈ। ਤੁਸੀਂ ਮਾਝੇ ਨਾਲ ਵੀ ਸੰਬੰਧਿਤ ਹੋ, ਤੁਸੀਂ ਤਾਂ ਸਾਰੇ ਪੰਜਾਬ ਦੇ ਉਪ ਮੁੱਖ ਮੰਤਰੀ ਰਹੇ ਹੋ, ਸਭ ਤੋਂ ਖਾਸ ਗੱਲ ਹੈ ਕਿ ਤੁਸੀਂ ਹੋਮ ਮਿਨਿਸਟਰ ਰਹੇ ਹੋ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂਕਿ ਜਿਹੜਾ ਨੈਸ਼ਨਲ ਮੀਡੀਆ ਹੈ ਉਹ ਕਿਸੇ ਹੋਰ ਢੰਗ ਨਾਲ ਪੇਸ਼ ਕਰ ਰਿਹਾ, ਕਿਤੇ ਨਾ ਕਿਤੇ ਪੰਜਾਬ ਨੂੰ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਅੰਮ੍ਰਿਤਪਾਲ ਸਿੰਘ ਵਾਲੀ ਗੱਲ ਹੈ ਕਿ ਉਹ ਪਿਓਰਲੀ ਲਾਅ ਐਂਡ ਆਰਡਰ ਜਿਹੜਾ ਉਹ ਕਲੈਪਸ ਹੋਇਆ ਪੰਜਾਬ ਦਾ। ਪੰਜਾਬ ਗਵਰਨਮੈਂਟ ਦਾ ਲਾਅ ਐਂਡ ਆਰਡਰ ਕਲੈਪਸ ਹੋ ਗਿਆ। ਜਿਹੜੀ ਗਵਰਨਮੈਂਟ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਹ ਕੀ ਕਰ ਰਿਹਾ, ਉਹਨੇ ਕੀ, ਉਹਦਾ ਮੋਟਿਵ ਕੀ ਆ, ਉਹਨੇ ਕਰਨਾ ਕੀ ਆ, ਮੇਰਾ ਖਿਆਲ ਹੈ ਇਹ ਐਡਮਿਨਿਸਟ੍ਰੇਟਿਵਲੀ ਜਿਹੜਾ ਫੇਲੀਅਰ ਆ, ਔਰ ਇਹਦੇ 'ਤੇ ਸੰਜੀਦਾ ਦੇ ਨਾਲ ਚੀਫ ਮਿਨਿਸਟਰ ਦਾ ਧਿਆਨ ਨਹੀਂ।
ਜਿਸ ਵੇਲੇ 60 ਕਿਲੋਮੀਟਰ ਜਾਣਾ, ਬਿਆਸ ਤੋਂ ਲੈ ਕੇ ਉੱਥੋਂ ਤੱਕ ਜਾਣਾ, ਇਹਦਾ ਮਤਲਬ ਅੱਖਾਂ ਬੰਦ ਕਰਕੇ ਗਵਰਨਮੈਂਟ ਬੈਠੀ ਰਹੀ ਤੇ ਜਾਂ ਜਾਣ ਬੁੱਝ ਕੇ ਇਹ ਕਾਰਾ ਕਰਾਉਣਾ ਚਾਹੁੰਦੀ ਸੀ। ਦੋਨਾਂ 'ਚ ਇੱਕ ਚੀਜ਼ ਹੀ ਹੋ ਸਕਦੀ ਆ, ਜਾਂ ਤੇ ਇਹਨਾਂ ਨੇ ਅੱਖਾਂ ਬੰਦ ਕਰ ਲਈਆਂ ਤੇ ਜਾਂ ਡੈਲੀਬਰੇਟਲੀ ਉਹ ਇਹ ਕਰਾਉਣਾ ਚਾਹੁੰਦੇ ਸੀਗੇ ਕਿ ਪੰਜਾਬ ਬਦਨਾਮ ਹੋਏ। ਅਦਰਵਾਈਜ਼ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਢਾਲ ਬਣਾ ਕੇ ਥਾਣੇ ਦੇ ਵਿੱਚ ਜਾਣਾ, ਇਹ ਬੜੀ ਬੇਹੱਦ ਨਿੰਦਣਯੋਗ ਗੱਲ ਆ। ਇਹ ਮੈਂ ਇੱਕ ਦਿਨ ਉਹਦੀ ਅੰਮ੍ਰਿਤਪਾਲ ਸਿੰਘ ਦੀ ਗੱਲ ਵੀ ਸੁਣੀ, ਉਹ ਕਹਿੰਦਾ ਕਿ ਫੌਜਾਂ ਲੈ ਕੇ ਜਾਂਦੀਆਂ ਸੀ। ਅੰਮ੍ਰਿਤਪਾਲ ਸਿੰਘ ਜੀ, ਫੌਜਾਂ ਲੈ ਕੇ ਜਾਂਦੀਆਂ ਨੇ ਉਹ, ਪਰ ਕਦੀ ਵੀ ਉੱਥੇ ਜਿੱਥੇ ਲੜਾਈ ਸ਼ੁਰੂ ਹੁੰਦੀ ਉੱਥੇ ਕਦੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਨਹੀਂ ਗਏ। ਗੁਰੂ ਗ੍ਰੰਥ ਸਾਹਿਬ ਇੱਕ ਵਧੀਆ ਥਾਂ ਤੇ ਸੁਸ਼ੋਭਿਤ ਕੀਤੇ ਜਾਂਦੇ ਨੇ, ਉੱਥੇ ਉਹਨਾਂ ਨੂੰ ਪ੍ਰਕਾਸ਼ ਕੀਤਾ ਜਾਂਦਾ ਤੇ ਉੱਥੋਂ ਅਰਦਾਸ ਕਰਕੇ ਫੌਜਾਂ ਤੁਰਦੀਆਂ ਨੇ ਤੇ ਉੱਥੇ ਆ ਕੇ ਚੜ੍ਹਦੀ ਕਲਾ ਦੀ ਅਰਦਾਸ ਫੇਰ ਕਰਦੀਆਂ ਨੇ, ਨਾ ਕਿ ਜੰਗ ਮੈਦਾਨ ਦੇ ਵਿੱਚ ਲੈ ਕੇ ਜਾਂਦੇ ਨੇ। ਉੱਥੇ ਕਿਸੇ ਵੀ ਕਮਿਊਨਿਟੀ ਦਾ, ਜਿਹੜੇ ਨਹੀਂ ਸਾਡੇ ਧਰਮ ਨੂੰ, ਉਹ ਕੋਈ ਚੀਜ਼ ਵੀ ਕਰ ਸਕਦੇ ਆ। ਤੇ ਮੇਰਾ ਖਿਆਲ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਹਿਸਟਰੀ ਨਹੀਂ ਪੜ੍ਹੀ ਕਿ ਕਿਹੜੇ ਹਿਸਾਬ ਨਾਲ ਆਪਣਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਜਿਸ ਵੇਲੇ ਜਾਂਦੇ ਸੀ, ਲੀਡ ਕਰਦੇ ਸੀ ਗੁਰੂ ਗ੍ਰੰਥ ਸਾਹਿਬ, ਔਰ ਜਿਸ ਵੇਲੇ ਜਿੱਥੇ ਮੈਦਾਨੇ ਜੰਗ 'ਚ ਜਦੋਂ ਖੜ੍ਹੇ ਹੁੰਦੇ ਤੇ ਇੱਕ ਥਾਂ ਤੇ ਵਧੀਆ ਸ਼ਾਮਿਆਂ ਨਾਲ ਲਾ ਕੇ ਉਹਦੇ 'ਚ ਸੁਸ਼ੋਭਿਤ ਕਰ ਦਿੱਤਾ ਜਾਂਦਾ ਸੀ ਤੇ ਫੌਜਾਂ ਅੱਗੇ ਲੜਾਈ ਕਰਨ ਲਈ ਤੁਰ ਪੈਂਦੀਆਂ ਸੀ, ਨਾ ਕਿ ਉਹਨਾਂ ਨੂੰ ਫੌਜ ਦੇ ਵਿੱਚ ਅੱਗੇ ਲਾ ਕੇ ਤੋਰਿਆ ਜਾਂਦਾ। ਇਹ ਉਹਨਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ। ਵਾਕਈ ਪੰਜਾਬ ਦੇ ਜਿਹੜੇ ਹਾਲਾਤ ਨੇ ਇਹ ਬੜੇ ਗੰਭੀਰ ਨੇ, ਔਰ ਹਰ ਆਦਮੀ ਸੋਚ ਪੈ ਗਿਆ ਕਿ ਗੌਰਮੈਂਟ ਦਾ ਧਿਆਨ ਕੋਈ ਨਹੀਂ, ਗੌਰਮੈਂਟ ਦਾ ਕੋਈ ਇੱਧਰ ਨੂੰ ਇੰਟਰਸਟ ਨਹੀਂ, ਗੌਰਮੈਂਟ ਕੰਟਰੋਲ ਨਹੀਂ ਕਰਨਾ ਚਾਹੁੰਦੀ। ਅੱਤਵਾਦ, ਵੱਖਵਾਦ ਔਰ ਗੈਂਗਸਟਰ ਜਿਹੜੇ ਨੇ ਉਹ ਓਪਨਲੀ ਐਕਸਟੋਰਸ਼ਨ ਕਰ ਰਹੇ ਨੇ। ਜੇਲ੍ਹਾਂ ਦੇ ਵਿੱਚ ਜੋ ਚੱਲ ਰਿਹਾ, ਜੇਲ੍ਹ ਮਿਨਿਸਟਰ ਦੀ ਬਜਾਏ ਹੁਣ CM ਸਾਹਿਬ ਨੇ ਆਪਣੇ ਕੋਲ ਮਹਿਕਮਾ ਲੈ ਲਿਆ। ਆਪਣੇ ਕੋਲ ਮਹਿਕਮਾ ਲੈਣ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਜਿਹੜੇ ਕਾਤਲ ਸੀਗੇ ਉਹਨਾਂ ਦਾ ਉੱਥੇ ਮਰਡਰ ਹੋਣਾ, ਐਵੀਡੈਂਸ ਨੂੰ ਖਤਮ ਕਰਨਾ, ਇਹ ਬਹੁਤ ਵੱਡੀਆਂ ਗੰਭੀਰ ਜਿਹੜੀਆਂ ਕੁਐਸਚਨ ਜਿਹੜੇ ਖੜੇ ਹੋ ਗਏ ਨੇ। ਬਿਲਕੁਲ, ਤੁਸੀਂ ਗੈਂਗਸਟਰਾਂ ਦੀ ਗੱਲ ਕੀਤੀ ਹੈ, ਜੇਲ੍ਹਾਂ ਦੀ ਗੱਲ ਕੀਤੀ ਹੈ, ਤੁਹਾਡੇ ਕੋਲ ਜੇਲ੍ਹ ਮਹਿਕਮਾ ਵੀ ਰਿਹਾ ਤੇ ਤੁਸੀਂ ਗ੍ਰਹਿ ਮੰਤਰੀ ਵੀ ਰਹੇ ਹੋ। ਕੀ ਵਾਕਿਆ ਹੀ ਜੇਲ੍ਹਾਂ ਦੇ ਵਿੱਚ ਕੋਈ ਕਾਇਦਾ ਕਾਨੂੰਨ ਨਹੀਂ ਰਹਿ ਗਿਆ ਕਿ ਜੇਲ੍ਹਾਂ ਦੇ ਵਿੱਚ ਵੀ ਇੱਕ ਵੱਖਰੀ ਗੈਂਗਸਟਰਾਂ ਦੀ ਸਰਕਾਰ ਚੱਲਦੀ ਹੈ ਕਿ ਉਹ ਕੁਝ ਵੀ ਕਰ ਸਕਦੇ ਨੇ? ਬਿਲਕੁਲ ਇਹ ਗਲਤ ਗੱਲ ਆ। ਡਾਂਗ ਹੋਣੀ ਚਾਹੀਦੀ ਆ, ਲਾਅ ਹੋਣਾ ਚਾਹੀਦਾ, ਵਿਲ ਪਾਵਰ ਹੋਣੀ ਚਾਹੀਦੀ ਆ। ਗੁੰਡਾ ਕਦੀ ਵੀ ਸਿਰ ਨਹੀਂ ਚੁੱਕ ਸਕਦਾ, ਗੁੰਡਾ ਅੰਦਰ ਹੋਵੇ ਜਾਂ ਗੁੰਡਾ ਬਾਹਰ ਹੋਵੇ, ਜੇ ਉਹਨੂੰ ਕਾਨੂੰਨ ਦਾ ਤੇ ਪੁਲਿਸ ਦਾ ਡਰ ਹੋਵੇ ਤੇ ਗੁੰਡਾ ਕਦੀ ਵੀ ਖੜਾ ਨਹੀਂ ਹੋ ਸਕਦਾ। ਤੁਹਾਡੀ ਸਰਕਾਰ ਵੇਲੇ ਨਾਭਾ ਜੇਲ੍ਹ ਦੇ ਵਿੱਚ ਮਹਿੰਦਰਪਾਲ ਬਿੱਟੂ ਦਾ ਵੀ ਕਤਲ ਹੋਇਆ ਸੀ, ਜਿਹੜਾ ਡੇਰਾ ਸਰਸਾ ਪ੍ਰੇਮੀ ਸੀ। ਸੋ ਉਸ ਵੇਲੇ ਤੁਹਾਨੂੰ ਕੀ ਲੱਗਦਾ ਉਦੋਂ ਵੀ ਲਾਅ ਐਂਡ ਆਰਡਰ ਦੀ ਤੁਸੀਂ ਉੱਥੇ ਇੱਕ ਬੜੀ ਚੀਜ਼ ਦੇਖੀ ਹੋਣੀ ਆ ਜੀ ਕਿ ਉਹ ਇੱਕ ਵੱਖਰੇ ਬੈਰਕ 'ਚ ਬੰਦ ਸੀ, ਔਰ ਉੱਥੇ ਜਿਹੜੀ ਸਾਡੀ ਜੇਲ੍ਹ ਡਿਪਾਰਟਮੈਂਟ ਸੀ ਕਿ ਉਹਨਾਂ ਦੀ ਹਿਫਾਜ਼ਤ ਦੇ ਲਈ ਬਾਉਂਡਰੀ ਵਾਲ ਬਣ ਰਹੀ ਸੀ, ਔਰ ਉਹਨਾਂ ਦਾ ਵੱਖਰਾ ਗੇਟ ਸੀ। ਮਹਿੰਦਰਪਾਲ ਬਿੱਟੂ ਤਾਰ ਟੱਪ ਕੇ ਬੈਕ ਸਾਈਡ ਤੋਂ ਦੀ ਨਾ ਕਿ ਉਧਰ ਨੂੰ ਗਿਆ, ਤੇ ਜੇ ਤੇ ਜਾ ਹੁੰਦਾ ਗੇਟ ਦੇ ਵੱਲ ਦੀ, ਫਿਰ ਤੇ ਸਾਡੀ ਇਹ ਗਲਤੀ ਸੀ। ਤੇ ਜੇ ਉਹ ਆਪਣੀ ਤਾਰ ਟੱਪ ਕੇ ਚਲਾ ਗਿਆ ਜਿਸ ਪਾਸੇ ਉਹਦੀ ਨਹੀਂ ਜਾਣਾ ਚਾਹੀਦਾ, ਤੇ ਉਹਦਾ ਮਤਲਬ ਉਹਦਾ ਕੈਦੀ ਦੀ ਗਲਤੀ ਸੀ। ਉੱਥੇ ਇਨਕੁਆਇਰੀ ਹੋਈ, ਸਭ ਕੁਝ ਹੋਇਆ। ਉਹ ਪਤਾ ਨਹੀਂ ਕਿਵੇਂ ਬੈਕ ਸਾਈਡ ਤੋਂ ਦੀ ਕਿਉਂ ਜਾਣਾ ਚਾਹੁੰਦਾ ਸੀ ਤੇ ਕੀ ਗੱਲ ਸੀ ਤੇ ਕਿਹਦੇ ਕਹਿਣੇ ਤੇ ਉਹਨੇ ਤਾਰ ਤੋਂ ਜਿਹੜਾ ਕੀਤਾ। ਇਹਦੇ 'ਚ ਬਿਲਕੁਲ ਉਸ ਵੇਲੇ ਜੇਲ੍ਹ ਡਿਪਾਰਟਮੈਂਟ ਦੀ ਕੋਈ ਗਲਤੀ ਨਹੀਂ, ਅਦਰਵਾਈਜ਼ ਟੰਗਣੇ ਸੀ ਸਾਰੇ ਜਿਨ੍ਹਾਂ ਨੇ ਕੀਤਾ ਸੀ। ਦੂਸਰੀ ਚੀਜ਼ ਤੁਸੀਂ ਵੇਖਿਆ ਹੋਣਾ ਕਿ ਜਿਸ ਵੇਲੇ ਮੈਂ ਦੂਜੇ ਦਿਨ ਹੀ ਪਹੁੰਚ ਗਿਆ ਉਹਦੇ ਕਤਲ ਤੋਂ ਬਾਅਦ ਉਸ ਜੇਲ੍ਹ 'ਚ, ਤੇ ਚੀਫ ਮਿਨਿਸਟਰ ਸਾਹਿਬ ਅੱਜ ਤੱਕ ਨਹੀਂ ਪਹੁੰਚੇ, ਜਿਹੜੇ ਜੇਲ੍ਹ ਮਿਨਿਸਟਰ ਵੀ ਨੇ। ਗੋਇੰਦਵਾਲ ਸਾਹਿਬ ਜੇਲ੍ਹ 'ਚ ਐਡਾ ਵੱਡਾ ਇੰਸੀਡੈਂਟ ਹੋ ਗਿਆ, ਔਰ ਮੇਰੇ ਖਿਆਲ ਕਿ ਜੇਲ੍ਹ ਜਿਹੜੀ ਗੋਇੰਦਵਾਲ ਸਾਹਿਬ ਜੇਲ੍ਹ ਆ, ਇਹਨੂੰ ਬਹੁਤ ਵਧੀਆ ਨਵੇਂ ਤਕਨੀਕ ਨਾਲ ਜੇਲ੍ਹ ਬਣਾਈ ਗਈ ਆ। ਜਿਹੜੇ ਇਹਨਾਂ ਦੇ ਸੈੱਲ ਨੇ, ਹਾਈ ਸਿਕਿਉਰਿਟੀ ਜ਼ੋਨ, ਬੜਾ ਵਧੀਆ ਉਹਨੂੰ ਮੇਰੇ ਟਾਈਮ 'ਚ ਹੀ ਸਭ ਕੁਝ ਪੈਸੇ ਲੈ ਕੇ ਗੌਰਮੈਂਟ ਕੋਲੋਂ ਇੱਕ ਬਠਿੰਡਾ ਔਰ ਇੱਕ ਗੋਇੰਦਵਾਲ ਸਾਹਿਬ, ਦੋ ਜੇਲ੍ਹਾਂ ਦੇ ਹਾਈ ਸਿਕਿਉਰਿਟੀ ਜ਼ੋਨ ਜਿਹੜੇ ਨੇ ਬਹੁਤ ਵਧੀਆ ਬਣਾਏ ਨੇ। ਜੇ ਉਹੋ ਜਿਹੇ ਜ਼ੋਨ 'ਚ ਇਹ ਚੀਜ਼ਾਂ ਹੁੰਦੀਆਂ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਅਣਗਹਿਲੀ ਤੇ ਹੈਗੀ ਆ। ਤੁਸੀਂ ਕਾਂਗਰਸ ਸਰਕਾਰ ਦੇ ਵਿੱਚ ਰਹੇ, ਉਦੋਂ ਵੀ ਬੇਅਦਬੀਆਂ ਵਾਲਾ ਮੁੱਦਾ ਸੀਗਾ। ਪਹਿਲਾਂ ਦੇਖੋ, ਬੇਅਦਬੀਆਂ ਦੇ ਮੁੱਦੇ 'ਤੇ ਅਕਸਰ ਪੰਜਾਬ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਿਹੜੀ ਅਕਾਲੀ ਦਲ ਦੀ ਹਾਰ ਹੋਈ ਹੈ 2017 ਦੇ ਵਿੱਚ, ਉਹ ਬੇਅਦਬੀਆਂ ਦਾ ਮੁੱਦਾ ਹੱਲ ਨਾ ਹੋਣ ਕਰਕੇ ਹੋਈ ਹੈ। ਉਸ ਤੋਂ ਬਾਅਦ ਕਾਂਗਰਸ ਸਰਕਾਰ ਆਉਂਦੀ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਹ ਦਿੱਤਾ ਜਾਂਦਾ ਹੈ, ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਦੇ ਆ, ਪਰ ਬੇਅਦਬੀਆਂ ਦਾ ਮੁੱਦਾ ਜਿਹੜਾ ਉਦੋਂ ਵੀ ਹੱਲ ਨਹੀਂ ਹੋਇਆ। ਇਸ ਸਰਕਾਰ ਦੇ ਵਿੱਚ ਵੀ ਸਾਲ ਬੀਤ ਜਾਣ ਦੇ ਬਾਵਜੂਦ ਹੁਣ ਚਲਾਨ ਜਿਹੜਾ ਪੇਸ਼ ਹੋਇਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ
ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਇਹ ਦੋਸ਼ੀ ਨੇ। ਇਸ ਤੋਂ ਇਲਾਵਾ ਜਿਹੜੇ 8 ਜਣਿਆਂ ਦੇ ਖਿਲਾਫ ਉਹਨਾਂ ਨੇ ਚਲਾਨ ਪੇਸ਼ ਕੀਤਾ ਹੈ। ਔਰ ਤੁਹਾਡੀ ਸਰਕਾਰ ਦੇ ਵੇਲੇ ਇਹ ਚੀਜ਼ਾਂ ਨਹੀਂ ਹੋਈਆਂ, ਪਰ ਨਾਲ ਹੀ ਤੁਹਾਡੀ ਸਰਕਾਰ ਦੇ ਵੇਲੇ ਇੱਕ ਸਿੱਟ ਬਣੀ ਸੀ, ਉਹਦੇ ਸਿੱਟ ਦੇ ਮੁਖੀ ਸੀਗੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ। ਸੋ ਇਹ ਸਰਕਾਰ 'ਚ ਵੀ ਰੌਲਾ ਪਾਉਂਦੇ ਰਹੇ ਨੇ, ਉਦੋਂ ਵੀ ਪਾਉਂਦੇ ਰਹੇ ਨੇ ਕਿ ਜਿਹੜੀਆਂ ਉਹ ਰਿਪੋਰਟਾਂ ਨੇ ਉਹ ਖੋਲ੍ਹੋ। ਉਹਨਾਂ ਨੂੰ ਸਿੱਟ ਦਾ ਜਿਹੜਾ ਮੁਖੀ ਬਣਾਇਆ, ਜਿਹੜੀ ਉਹਨਾਂ ਨੇ ਜਾਂਚ ਕੀਤੀ ਸੀ, ਬਿਲਕੁਲ ਠੀਕ ਸੀ। ਵੇਖੋ, ਜਿਹੜੀ ਆਪਾਂ ਇਹਨੂੰ ਲੋਕਾਂ ਨੂੰ ਬਹੁਤੀ ਇਹ ਨਹੀਂ ਦੇ, ਪਹਿਲੀ ਗੱਲ ਤੇ ਜਿਹੜੀ ਇਹ ਹੁਣ ਚਲਾਨ ਪੇਸ਼ ਹੋਇਆ ਇਹ ਬਰਗਾੜੀ ਦਾ ਨਹੀਂ ਜੀ, ਇਹ ਬਹਿਬਲ ਕਲਾਂ ਔਰ ਕੋਟਕਪੂਰੇ ਦਾ ਫਾਇਰਿੰਗ ਕੇਸ ਆ। ਦੋ ਕੇਸ ਨੇ। ਜਿਹੜੀ ਬਰਗਾੜੀ ਦੀ ਸੀ ਉਹ ਰਣਬੀਰ ਸਿੰਘ ਖੱਟੜਾ ਦੇ ਅੰਡਰ ਜਿਹੜੀ ਸੀ ਉਹ ਬਣੀ ਸੀ ਜੀ। ਉਹਦੇ ਬਾਅਦ ਰਣਬੀਰ ਸਿੰਘ ਖੱਟੜਾ ਦੀ ਰਿਟਾਇਰਮੈਂਟ ਤੋਂ ਬਾਅਦ ਜਾਂ ਹਾਈ ਕੋਰਟ ਦੇ ਵਿੱਚੋਂ ਆਰਡਰ ਆਉਣ ਤੋਂ ਬਾਅਦ ਉਹਦਾ ਚੀਫ ਬਣਾ ਦਿੱਤਾ ਗਿਆ ਪਰਮਾਰ, SPS ਪਰਮਾਰ, ਜਿਹੜਾ ਅੱਜ ਕੱਲ੍ਹ ਐਡੀਸ਼ਨਲ DGP ਆ, ਉਹਨਾਂ ਨੂੰ ਬਣਾ ਦਿੱਤਾ ਗਿਆ। ਉਹਨਾਂ ਨੇ ਜਿਸ ਦਿਨ ਸਰਕਾਰ ਬਣੀ ਉਹ ਤੋਂ ਮੇਰੇ ਖਿਆਲ 16 ਮਾਰਚ ਨੂੰ ਗਵਰਨਮੈਂਟ ਬਣਦੀ ਹੈ, 20 ਮਾਰਚ ਨੂੰ ਚਲਾਨ ਪੇਸ਼ ਕਰ ਦਿੱਤਾ ਜਾਂਦਾ, ਜੋ ਕਿ ਮੈਂ ਕਹਿੰਦਾ ਕਿ ਬਹੁਤ ਜਲਦੀ, ਜਿੱਥੇ ਪਤਾ ਨਹੀਂ ਕਿਉਂ ਐਡੀ ਜਲਦੀ ਉਹਨੂੰ ਚਲਾਨ ਨੂੰ ਪੇਸ਼ ਕੀਤਾ ਗਿਆ, ਜਿਹਦੇ 'ਚ ਡਾਇਰੈਕਟ ਉਹਨੂੰ ਜਿਹੜੇ ਰਾਮ ਰਹੀਮ ਨੂੰ ਇੰਟਰੋਗੇਸ਼ਨ ਲਈ ਮੇਰੇ ਟਾਈਮ 'ਚ ਹੀ ਮੇਰੇ ਖਿਆਲ ਕਿ ਕੈਪਟਨ ਸਾਹਿਬ ਨੇ ਇੱਕ ਵਾਰੀ ਵੀ ਨਹੀਂ ਪਾਇਆ। ਹਾਂ, ਇਹ ਜ਼ਰੂਰ ਸੀਗਾ ਕੁੰਵਰ ਵਿਜੇ ਪ੍ਰਤਾਪ ਵੇਲੇ, ਜਿਸ ਵੇਲੇ ਜਿਹੜੀ ਪ੍ਰਬੋਧ ਕੁਮਾਰ ਦੀ ਸਿੱਟ ਸੀਗੀ, ਉਹਦੇ ਵੇਲੇ ਇੱਕ ਵਾਰ ਕੁੰਵਰ ਵਿਜੇ ਪ੍ਰਤਾਪ ਨੂੰ ਆਰਡਰ ਮਿਲੇ ਸੀ ਕਿ ਜਾ ਕੇ ਇਹਨੂੰ ਇੰਟਰੋਗੇਟ ਕਰੋ, ਤੇ ਕੁੰਵਰ ਵਿਜੇ ਪ੍ਰਤਾਪ 2 ਸਾਲਾਂ 'ਚ ਇੱਕ ਵਾਰੀ ਵੀ ਨਹੀਂ ਗਿਆ। ਡੇਰਾ ਸੱਚਾ ਸੌਦਾ। ਡੇਰਾ ਸੱਚਾ ਸੌਦਾ ਜਦੋਂ ਮੈਂ ਬਣਿਆ ਉਸ ਵੇਲੇ ਫਰੀਦਕੋਟ ਜੇਲ੍ਹ ਦੇ ਵਿੱਚ ਅਸੀਂ ਪਾਈ ਸੀਗੀ ਕਿ ਸਾਨੂੰ ਇਹਦੀ ਕਸਟੋਡੀਅਲ ਇੰਟਰੋਗੇਸ਼ਨ ਜਿਹੜੀ ਉਹ ਮਿਲਣੀ ਚਾਹੀਦੀ, ਔਰ ਉਹ ਮਿਲ ਵੀ ਗਈ। ਤੇ ਉਹਨਾਂ ਹਾਈ ਕੋਰਟ 'ਚ ਜਾ ਕੇ ਕਿਹਾ ਕਿ ਨਹੀਂ, ਪੰਜਾਬ ਦੇ ਵਿੱਚ ਇਹਨੂੰ ਜੇਲ੍ਹ ਲੈ ਕੇ ਆਓਗੇ, ਇਹਦੀ ਜਾਨ ਮਾਲ ਨੂੰ ਖਤਰਾ। ਅਸੀਂ ਐਫੀਡੇਵਿਟ ਦਿੱਤਾ ਸੀ, ਕਿਹਾ ਕਿ ਤੁਸੀਂ ਜੇ ਤੁਹਾਨੂੰ ਇੰਨਾ ਹੀ ਲੱਗਦਾ ਤਾਂ ਇਹਨੂੰ ਏਅਰਲਿਫਟ ਕਰਕੇ ਵੀ ਅਸੀਂ ਪੰਜਾਬ 'ਚ ਲੈ ਕੇ ਜਾ ਸਕਦੇ, ਪਰ ਉਹ ਨਹੀਂ ਮੰਨੇ ਤੇ ਉੱਥੇ ਇਹਨਾਂ ਨੇ ਕੀਤੀ। ਮੇਰੇ ਖਿਆਲ 'ਚ ਕਿ ਜਿਹੜੀ ਉਹ ਟਾਈਮ ਦੀ ਇਨਕੁਆਇਰੀ ਆ, ਮੇਰੇ ਖਿਆਲ ਉਹਨਾਂ ਨੂੰ ਸਿੱਟ ਵਾਲਿਆਂ ਨੂੰ ਵੀ ਪਤਾ, ਤੇ ਉਹਨਾਂ ਨੇ ਜੋ ਪੁੱਛਣਾ ਚਾਹੀਦਾ ਸੀ ਉਸ ਹਿਸਾਬ ਨਾਲ ਪੁੱਛਗਿਛ ਨਹੀਂ ਕੀਤੀ ਗਈ। ਤੇ ਉਹਦੇ ਬਾਅਦ ਨਾ ਹੀ, ਕਿਉਂਕਿ ਗਵਰਨਰ ਰੂਲ ਆਪਣਾ ਇਲੈਕਸ਼ਨ ਕਮਿਸ਼ਨ ਦਾ ਕੋਡ ਆਫ ਕੰਡਕਟ ਆ ਗਿਆ, ਉਹਦੇ ਬਾਅਦ ਤੇ ਸਾਡੀ ਸੁਣਨੀ ਨਹੀਂ ਕਰਨੀ ਸੀ। ਜਿਹੜੀ 2-2.5 ਮਹੀਨਿਆਂ ਦੇ ਵਿੱਚ ਜੋ ਕਰ ਸਕੇ ਉਹਨੂੰ ਕੀਤਾ, ਅਤੇ ਉਹਦੇ ਬਾਅਦ ਤੇ ਉਹਨਾਂ ਦੇ ਆਫਿਸਰਾਂ ਦੇ ਆਪਣੇ ਹੱਥ 'ਚ ਆ ਗਈ, ਅਤੇ ਉਹਨਾਂ ਨੇ ਇਮੀਡੀਏਟਲੀ ਚਲਾਨ ਪੇਸ਼ ਕੀਤਾ। ਮੇਰੇ ਨਾਲ ਬੈਟਰ ਤੁਹਾਨੂੰ ਉਸ ਟਾਈਮ ਦਾ ਜਿਹੜੇ ਅੱਜ ਕੱਲ੍ਹ ਉਹ ਦੱਸਣਗੇ, ਅਤੇ ਜਾਂ ਚੀਫ ਮਿਨਿਸਟਰ ਦੱਸ ਸਕਦਾ ਕਿ ਇੰਨੀ ਜਲਦੀ ਦੇ ਵਿੱਚ ਚਲਾਨ ਕਿਉਂ ਪੇਸ਼ ਕੀਤਾ। ਦੂਸਰੀ ਰਹੀ ਗੱਲ ਤੁਹਾਡੀ ਬਹਿਬਲ ਕਲਾਂ ਦੀ, ਜਿਹੜਾ ਹੁਣ ਚਲਾਨ ਪੇਸ਼ ਹੋਇਆ, ਇਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਹਦਾ ਹੈੱਡ ਬਣਾ ਦਿੱਤਾ ਗਿਆ। ਉਹਦੇ 'ਚ ਜਿਸ ਦਿਨ ਹੈੱਡ ਬਣਾਇਆ ਉਹਦੇ 'ਚ ਮੇਰਾ ਵੀ ਕਾਫੀ ਰੋਲ ਸੀਗਾ। ਅਸੀਂ 3 ਬੰਦੇ ਗਏ ਹਾਂ, ਮੈਂ ਸੀ, ਸੁਖ ਸਰਕਾਰੀਆ ਸੀਗੇ ਔਰ ਕੀ ਢਿੱਲੋਂ। ਉੱਥੇ ਜਾ ਕੇ ਕਿਹਾ ਕਿ ਜਿਹੜੇ ਇੱਕ IG ਸੀਗੇ ਅਰੁਣਪਾਲ ਸਿੰਘ, ਉਹ ਬਾਹਰ ਸੀਗੇ, ਉਹਨਾਂ ਨੂੰ ਕੱਢ ਕੇ ਤੇ ਇਹਨਾਂ ਨੂੰ ਇੱਕ ਸਿੰਗਲ ਬਣਾ ਦਿੱਤਾ ਗਿਆ ਹੈੱਡ ਕਿ ਤੁਸੀਂ ਜਿਹੜੀ ਇਹਦੀ ਇਨਕੁਆਇਰੀ ਕਰੋ। 9 ਚਲਾਨ ਦੇ ਦਿੱਤੇ। ਉਹਦੇ 'ਚ ਕਿਉਂ ਨਹੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਲਿਖਿਆ ਵੀ ਬਾਦਲਾਂ ਦਾ ਨਾਂ, ਕਿੰਨੇ ਰੋਕਿਆ ਸੀ। ਉੱਥੇ ਜਿਹੜੀ ਸਾਡੀ ਮੀਟਿੰਗ ਹੋਈ ਸੀਸੋਆਂ ਫਾਰਮ 'ਤੇ, ਉੱਥੇ ਉਹਦੇ 'ਚ ਕੁੰਵਰ ਇਹਨਾਂ ਨੇ IG ਸਾਹਿਬ ਨੇ ਕਿਹਾ कि जी मैं किसी पॉलिटिकल आदमी के सामने बात नहीं करूँगा, खास करके मिनिस्टर किसी भी। ਇਹਦਾ ਮਤਲਬ ਡਾਇਰੈਕਟ ਸਾਨੂੰ ਹੀ ਕਿਹਾ, ਸਾਡੀ ਤਾਂ ਇਨਸਲਟ ਹੀ ਕੀਤੀ। ਜਿਹੜੇ ਲੈ ਕੇ ਗਏ ਉਹਨਾਂ ਨੂੰ ਬੇਇੱਜ਼ਤ ਕਰਕੇ ਮੀਟਿੰਗ 'ਚੋਂ ਕੱਢਿਆ कि मैं किसी पॉलिटिकल आदमी और मिनिस्टर के साथ जब करूँगा बात आपसे अकेला ही करूँगा। ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਇਹ ਗੱਲ? ਅਮਰਿੰਦਰ ਸਿੰਘ ਨੂੰ ਕਿਹਾ। ਅਸੀਂ ਤਿੰਨੇ ਬੈਠੇ ਹਾਂ, ਅਸੀਂ ਉੱਠ ਕੇ ਬਾਹਰ ਆ ਗਏ। ਇਹਦੇ ਬਾਅਦ ਦੋਵੇਂ ਕੀ ਖਿਚੜੀ ਪਕਾਉਂਦੇ ਰਹੇ ਨੇ, ਜਾਂ ਕੈਪਟਨ ਅਮਰਿੰਦਰ ਸਿੰਘ ਦੱਸ ਸਕਦਾ ਤੇ ਜਾਂ ਕੁੰਵਰ ਵਿਜੇ ਪ੍ਰਤਾਪ ਦੱਸ ਸਕਦਾ। ਸਾਨੂੰ ਕੱਢਿਆ ਤੇ ਨਾਲ ਇਹ ਵੀ ਕਿਹਾ ਕਿ ਮੈਂ ਥਰੂ DGP ਨਹੀਂ ਆਵਾਂਗਾ, ਮੈਂ ਡਾਇਰੈਕਟ ਤੁਹਾਡੇ ਨਾਲ ਗੱਲ ਕਰਾਂਗਾ। ਤੇ ਯਾਰ ਜੇ ਇੰਨੀ ਦੋਨਾਂ ਦੀ ਸਿੱਧੀ ਸੀ ਤੇ ਫਿਰ ਤੇ ਦੋਵੇਂ ਦੱਸ ਸਕਦੇ ਆ ਕਿ ਕਿਉਂ ਨਹੀਂ ਆਇਆ, ਕਿਉਂ ਨਵਾਂ ਚਲਾਨ ਪੇਸ਼ ਕਰਕੇ ਕਿਉਂ ਨਹੀਂ ਵਿੱਚ ਉਹਦਾ ਲਿਖਿਆ ਬਾਦਲਾਂ ਦਾ। ਤੁਹਾਨੂੰ ਜਿੱਦਾਂ ਦੀ ਗੱਲ ਯਾਦ ਹੋਣੀ ਆ कि उस वेले इन्होंने ये भी कहा सी IG साहब ने कि जब 10वां चलान पेश होगा इसमें बहुत खुलासे होंगे। वो फिर नाल ही लैके क्यों चले गए, पहला क्यों रिजाइन करके? और फिर दसना चाहिए सी कि मैं क्यों रिजाइन कर रहा, किहने मैनू रोकिया,
ਅਸੀਂ ਤੇ ਰੋਕਿਆ ਨਹੀਂ, ਹੂੰ ਸਾਨੂੰ ਤੇ ਬਾਹਰ ਕੱਢ ਦਿੱਤਾ। ਤੇ ਯਾਰ ਫਿਰ ਗਿਲਟੀ ਕੌਣ ਨੇ? ਇਹ ਫਿਰ ਦੋਨੋਂ ਨੇ ਨਾ, ਕੈਪਟਨ ਅਮਰਿੰਦਰ ਸਿੰਘ ਤੇ ਜਿਹੜੇ ਦੋਵੇਂ ਆਈਜੀ ਦੋਨੋਂ ਨੇ। ਹੂੰ ਤੇ ਜਾਂ ਉਸ ਟਾਈਮ ਦੇ ਡੀਜੀਪੀ ਜਿਹੜੇ ਸੀਗੇ ਦਿਨਕਰ ਗੁਪਤਾ, ਉਹ ਦੱਸ ਸਕਦੇ ਆ ਕਿ ਕਿਉਂ ਨਹੀਂ ਪਈ, ਕਿਹਦੇ ਕਹਿਣ ਤੇ ਰੋਕੇ ਚਲਾਣ, ਤੇ ਅਸੀਂ ਤਾਂ ਨਹੀਂ ਰੋਕੇ। ਹੁਣ ਜਿਵੇਂ ਬਾਦਲਾਂ ਦੇ ਨਾਮ ਪੇਸ਼ ਹੋਏ ਆ ਤਾਂ ਉਹ ਕਹਿੰਦੇ ਨੇ ਕਿ ਸਿਆਸਤ ਤੋਂ ਪ੍ਰੇਰਿਤ ਹੈ, ਪਰ ਤੁਹਾਨੂੰ ਲੱਗਦਾ ਮੈਂ ਕਹਿੰਦਾ ਕਿ ਵੇਖੋ, ਬਾਦਲ ਕਦੀ ਵੀ ਇਹਦੇ ਤੋਂ ਬਾਹਰ ਨਹੀਂ ਨਿਕਲ ਸਕਦੇ। ਹੂੰ ਜੇ ਬਾਦਲ ਉਸ ਟਾਈਮ ਹੂੰ ਜਦੋਂ ਬੁਰਜ ਜਵਾਹਰ ਸਿੰਘ ਵਾਲਾ 'ਚ ਇਸ਼ਤਿਹਾਰ ਲੱਗੇ ਨੇ, ਹੂੰ ਜੇ ਉਸ ਟਾਈਮ ਪ੍ਰਕਾਸ਼ ਸਿੰਘ ਬਾਦਲ ਕੰਟਰੋਲ ਕਰ ਲੈਂਦਾ ਤੇ ਇਹ ਘਟੀਆ ਹਰਕਤ ਹੋਣੀ ਨਹੀਂ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਅੱਖਾਂ ਬੰਦ ਕਰ ਲਈਆਂ। ਯਾਰ ਅਸੀਂ ਸਾਡੇ ਟਾਈਮ 'ਚ ਫਿਰ ਕਈਆਂ ਨੇ ਕਹਿਣਾ ਕਿ ਕਹਿੰਦਾ ਮੇਰੇ ਟਾਈਮ, ਜਿਸ ਵੇਲੇ ਅਬ ਮੈਂ ਬਣਿਆ, ਸਭ ਤੋਂ ਪਹਿਲਾਂ ਕਿਹਾ ਕਿ ਜਿਹੜਾ ਇਸ਼ਤਿਹਾਰ ਲੱਗਾ ਇਹ ਤੇ ਲੱਭ ਲਓ ਕਿਹਦੀ ਹੈਂਡ ਰਾਈਟਿੰਗ ਆ। ਹੁਣ ਮੈਨੂੰ ਯਾਦ ਨਹੀਂਗਾ ਨਾਂ, ਪਤਾ ਨਹੀਂ ਉਹਦਾ ਨਾਂ ਕੀ ਸੀਗਾ, ਸੁੱਖੀ ਕਿ ਕੋਈ ਇਹੋ ਜਿਹਾ ਨਾਂ ਸੀਗਾ, ਕੋਈ ਇਹੋ ਜਿਹਾ ਮੈਨੂੰ ਯਾਦ ਨਹੀਂਗਾ ਨਾਂ। ਡੇਰਾ ਪ੍ਰੇਮੀ। ਡੇਰਾ ਪ੍ਰੇਮੀ। ਉਹ ਉਦੋਂ ਤਾਂ ਫਿਰ 10-12 ਦੇ ਵਿੱਚੋਂ ਹੀ ਕਰਨਾ ਸੀ ਕਿ ਇਹਨਾਂ ਦੇ ਵੇਖ ਲਓ ਉਹਦੀ ਹੈਂਡ ਰਾਈਟਿੰਗ ਮਿਲਦੀ। ਤੇ ਜੇ ਪ੍ਰਕਾਸ਼ ਸਿੰਘ ਬਾਦਲ ਬੁਰਜ ਜਵਾਹਰ ਸਿੰਘ ਵਾਲਾ ਦੇ ਸਾਰੇ ਪਿੰਡ ਦੀ ਹੈਂਡ ਰਾਈਟਿੰਗ ਲੈ ਲੈਂਦਾ ਤੇ ਮੇਰਾ ਖਿਆਲ ਹੈ ਕਿ ਉੱਥੇ ਪਤਾ ਲੱਗ ਜਾਣਾ ਕਿ ਇਸ਼ਤਿਹਾਰ ਲਾਇਆ ਕਿੰਨੇ ਆ। ਬਾਦਲ ਸਾਹਿਬ ਦੀਆਂ ਗਲਤੀਆਂ ਤੇ ਬਹੁਤ ਨੇ, ਪਤਾ ਨਹੀਂ ਕਿੰਨੀਆਂ ਕਰਵਾਈਆਂ ਨੇ। ਇੰਨਾ ਚਿਰ ਸਿੱਖ ਕੌਮ ਦੇ ਨਾਂ ਤੇ, ਸਿੱਖੀ ਦੇ ਨਾਂ ਤੇ ਰਾਜ ਕਰਨ ਵਾਲਾ ਬੰਦਾ, ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੇਲੇ 40 ਦਿਨ ਘਰੋਂ ਬਾਹਰ ਨਾ ਨਿਕਲੇ, ਕਿਤੇ ਉਹਦੇ 'ਚ ਦਾਲ 'ਚ ਤੇ ਕਾਲਾ ਸੀਗਾ। ਸਰਦਾਰ ਰਣਬੀਰ ਸਿੰਘ ਖੱਟੜਾ ਵਾਲੀ ਸਿੱਟ ਸੀਗੀ, ਉਹ ਬਾਅਦ 'ਚ ਚੇਂਜ ਕੀਤੀ ਗਈ, ਜਿਹੜੀ ਉਹਨਾਂ ਨੇ ਇਨਕੁਆਇਰੀ ਕੀਤੀ ਸੀ। ਤੁਹਾਨੂੰ ਲੱਗਦਾ ਵੀ ਉਹ 'ਚ ਕੋਈ ਖਦਸ਼ਾ ਸੀ? ਨਹੀਂ, ਉਹਦੇ 'ਚ ਹਾਈ ਕੋਰਟ ਨੇ ਮੇਰੇ ਕੋਲ ਕੋਈ ਡਾਇਰੈਕਸ਼ਨ ਆਈ ਸੀ, ਮੈਂ ਬਹੁਤ ਕਲੀਅਰ ਹੀ ਆ ਮੇਰੇ ਖਿਆਲ ਉਹਨਾਂ ਕੀਤਾ ਸੀ। ਉਸ ਵੇਲੇ ਜਿਸ ਵੇਲੇ ਰਣਬੀਰ ਸਿੰਘ ਖੱਟੜਾ ਜਦੋਂ ਬਾਦਲਾਂ ਦੀ ਇਨਕੁਆਇਰੀ ਨਹੀਂ ਚੇਂਜ ਕੀਤੀ ਗਈ, ਆਖਿਆ ਇੱਕ ਗੁਰਸਿੱਖ ਬੰਦਾ ਤੇ ਸਾਬਕਾ ਫੌਜੀ ਆ, ਇਹ ਉੱਥੇ ਗੱਲ ਹੋਈ ਕਿ ਉੱਥੇ ਹੀ ਉਹਦੇ ਕੋਲ ਹੀ ਰਹਿਣ ਦੇਣੀ ਚਾਹੀਦੀ, ਕਿ ਜੇ ਚੇਂਜ ਕਰਾਂਗੇ ਤੇ ਅਕਾਲੀ ਦਲ ਜਾਂ ਕੋਈ ਹੋਰ ਜਾਂ ਪਬਲਿਕ ਦੇ ਵਿੱਚ ਕੋਈ ਗਲਤ ਮੈਸੇਜ ਆਏਗਾ। ਜਿਸ ਦਿਨ ਮੈਨੂੰ ਅੱਜ ਵੀ ਯਾਦ ਹੈ, ਪੰਜਾਬ ਭਵਨ ਦੀ ਗੱਲ ਆ, ਨਹੀਂ CM ਹਾਊਸ ਦੀ, ਉੱਥੇ ਸਾਰਿਆਂ ਕੋਲ ਸਾਹਮਣੇ ਦੱਸ ਕੇ ਆਪਣੀ ਰਿਪੋਰਟ ਦੱਸ ਕੇ ਤੇ ਉਹਦੇ ਬਾਅਦ ਉਹਨੇ ਆਖਿਆ ਕਿ ਮੈਂ ਤੁਹਾਨੂੰ ਹੁਣ ਆਪਣੀ ਗੱਲ ਕਰਨੀ ਹੈ। ਉਹਨੇ ਕਿਹਾ ਜੀ ਕਿ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਕਹਿ ਰਿਹਾ ਕਿ ਇੱਕ ਸੱਚਾ ਦੇਸ਼ ਭਗਤ, ਕਹਿੰਦਾ ਸਿਪਾਹੀ ਕਹਿ ਲਓ ਫੌਜ ਦੇ ਵਿੱਚ, ਕਹਿੰਦਾ ਸਾਨੂੰ ਸੌ, ਤੁਸੀਂ ਵੀ ਆਰਮੀ ਵਾਲੇ, ਮੈਂ ਇੱਕ ਸੱਚਾ ਦੇਸ਼ ਭਗਤ ਹੋਣ ਦੇ ਨਾਤੇ ਕਹਿ ਰਿਹਾ ਕਿ ਮੈਂ ਜਿਹੜੀ ਇਨਕੁਆਇਰੀ ਕੀਤੀ ਆ ਇਹ ਮੈਂ ਬਿਲਕੁਲ ਠੀਕ ਕੀਤੀ ਆ, ਔਰ ਇਹਨੂੰ ਜੋ ਮੈਂ ਲਿਖ ਕੇ ਗਿਆ ਇੱਕ ਇੱਕ ਵਰਡ ਮੈਂ ਗੁਰੂ ਤੋਂ ਡਰਦਿਆਂ ਇਹ ਲਿਖਿਆ ਕਿ ਕਿਸੇ ਨਾਲ ਮੈਂ ਗਲਤ ਨਾ ਕਰ ਜਾਵਾਂ। ਇਹ ਵਰਡ ਕਹੇ ਸੀ ਉਹਨੇ। ਸਰਦਾਰ ਰਣਬੀਰ ਸਿੰਘ ਖੱਟੜਾ ਨੇ ਇਹ ਵਰਡਿੰਗ ਹੈ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੂੰ ਕਹੀ ਸੀ ਤੁਹਾਡੀ ਮੌਜੂਦਗੀ 'ਚ? ਬਿਲਕੁਲ, ਉੱਥੇ ਸਾਡੇ ਸਾਹਮਣੇ ਕਹੀ, ਔਰ ਉਹਨਾਂ ਨੂੰ ਅਸੀਂ ਬਾਅਦ 'ਚ ਕਿਹਾ ਕਿ ਇਹ ਜਿਹੜੀ ਇਨਕੁਆਇਰੀ ਆ, ਬੰਦੇ ਵਿੱਚੋਂ ਕਈ ਅਰੈਸਟ ਹੋ ਗਏ ਸੀ, ਉਹਨੇ ਕੱਲ੍ਹ ਅਸੀਂ ਆਖਿਆ ਕਿ ਇਹਦੀ ਪ੍ਰੈਸ ਕਾਨਫਰੰਸ ਬੁਲਾ ਕੇ ਇਹ ਕਰਦੇ, ਪਰ ਪਤਾ ਨਹੀਂ ਕੀ ਮਜਬੂਰੀ ਸੀ ਕੈਪਟਨ ਅਮਰਿੰਦਰ ਸਿੰਘ ਦੀ, ਪੰਜਾਬ ਭਵਨ 'ਚ ਟਾਈਮ ਦੇਣ ਦੇ ਬਾਵਜੂਦ ਉਹਨਾਂ ਨੇ ਪ੍ਰੈਸ ਕਾਨਫਰੰਸ ਨਹੀਂ ਕੀਤੀ, ਔਰ ਇੱਥੋਂ ਤੱਕ ਕਿ ਸੰਤ ਸਮਾਜ ਨੂੰ ਬਰੀਫ ਵੀ ਨਹੀਂ ਕੀਤਾ। ਚਲੋ ਉੱਥੇ ਕਿਹਾ ਸੰਤ ਸਮਾਜ ਉੱਥੇ ਬੈਠਾ ਸੀ, ਬਾਬਾ ਸਰਬਜੋਤ ਸਿੰਘ ਬੇਦੀ, ਹੋਰ ਸੰਤ ਸਮਾਜ ਸਾਰੇ ਆਇਆ ਸੀ ਕਿ ਉੱਥੇ ਉਹਨਾਂ ਨੇ ਕਰਨਾ ਸੀ, ਪਤਾ ਨਹੀਂ ਕਿਉਂ ਉੱਥੋਂ ਫਿਰ ਜਲਦੀ ਨਹੀਂ ਮੈਂ ਗੁਰੂ ਨਾਨਕ ਸਾਹਿਬ ਦੀ 550 ਸਾਲਾਂ ਦਾ ਮੈਨੂੰ ਉੱਥੇ ਜਾਣਾ ਪੈਣਾ, ਗਏ ਵੀ ਨਾ ਤੇ ਪਰ ਲੋਕਾਂ ਨੇ ਵੀ ਬਰੀਫ ਨਾ ਕੀਤਾ। ਇਹ ਮੈਨੂੰ ਅੱਜ ਤੱਕ ਉਹਨਾਂ ਦੇ ਉਸ ਚੀਜ਼ ਦੀ ਸਮਝ ਨਹੀਂ ਲੱਗੀ ਕਿ ਜਿਹੜਾ ਆਪਣੇ ਆਪ ਨੂੰ ਕੈਪਟਨ ਅਮਰਿੰਦਰ ਸਿੰਘ ਹੋਣੀ ਗੁਰੂ ਨੂੰ ਆਪਣੇ ਆਪ ਨੂੰ ਕਹਿੰਦੇ ਸੀ ਕਿ ਮੈਂ ਸਾਡੇ ਤੇ ਬਖਸ਼ਿਸ਼ ਆ, ਉਹਨਾਂ ਨੇ ਕਿਉਂ ਕਮਜ਼ੋਰੀ ਵਿਖਾਈ ਇਹਦੇ ਬਾਰੇ ਮੈਨੂੰ ਨਹੀਂ ਪਤਾ। ਸੋ ਸਰਦਾਰ ਰਣਬੀਰ ਸਿੰਘ ਖੱਟੜਾ ਦੀ ਜਿਹੜੀ ਸਿੱਟ ਦੀ ਜਾਂਚ ਸੀਗੀ ਉਹ ਬਿਲਕੁਲ ਪਾਰਦਰਸ਼ੀ ਤੇ ਸਾਫ਼ ਸੀ। ਪਾਰਦਰਸ਼ੀ, ਔਰ ਅੱਜ ਬਿਲਕੁਲ ਮੈਂ ਤਾਂ ਹੀ ਕਹਿੰਦਾ ਨਾ ਕਿ ਜਦੋਂ ਆਪਾਂ ਇਹਨੂੰ ਮਿਲਾ ਦਿੰਦੇ ਕਿ ਇੱਕ ਬਰਗਾੜੀ ਬਹਿਬਲ ਕਲਾਂ ਕੋਟਕਪੂਰਾ, ਇਹ ਦੋ ਜਿਹੜੀਆਂ ਨੇ ਕੋਟਕਪੂਰਾ ਤੇ ਬਹਿਬਲ ਕਲਾਂ, ਇਹ ਫਾਇਰਿੰਗ ਕੇਸ ਹੈ, ਬਰਗਾੜੀ ਜਿਹੜੀ ਆ ਗੁਰੂ ਦੀ ਬੇਅਦਬੀ ਹੈ, ਇਸ ਕਰਕੇ ਦੋਨਾਂ ਨੂੰ ਆਪਾਂ ਅਲੱਗ-ਅਲੱਗ ਲੈ ਕੇ ਚੱਲਾਂਗੇ ਤੇ ਲੋਕਾਂ 'ਚ ਕਨਫਿਊਜ਼ਨ ਨਹੀਂ ਰਹੇਗੀ। ਤੁਸੀਂ ਕਾਂਗਰਸ ਦੀ ਹਾਰ ਪਿੱਛੇ ਵੀ ਇਹ ਗੱਲ ਮੰਨਦੇ ਹੋ ਕਿ ਕਾਂਗਰਸ ਕੋਲੋਂ ਜਿਹੜੇ ਬੇਅਦਬੀ ਦਾ ਜਿਹੜਾ ਇਨਸਾਫ ਹੈ ਨਹੀਂ ਮਿਲਿਆ, ਇਸ ਕਰਕੇ ਲੋਕਾਂ ਨੇ ਕਾਂਗਰਸ ਨੂੰ ਵੀ ਨਕਾਰਿਆ? ਬਿਲਕੁਲ, ਲੋਕਾਂ ਦੇ ਵਿੱਚ ਬੜੀ ਆਸ ਨਾਲ ਵੋਟਾਂ ਪਾਈਆਂ ਸੀ, ਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਤੇ ਅਮਰਿੰਦਰ ਸਿੰਘ ਹੀ ਆਪਸ ਵਿੱਚ ਰਲ ਗਏ ਤੇ ਫਿਰ ਜਦੋਂ ਵੇਖੋ ਨਾ, ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਤੇ ਆਪਾਂ ਕੀ ਇਨਸਾਫ ਦੇਵਾਂਗੇ? ਵਾਰ-ਵਾਰ ਜਿਹੜਾ ਡੇਰਾ ਸਰਸਾ ਮੁਖੀ ਆ ਗੁਰਮੀਤ ਰਾਮ ਰਹੀਮ, ਉਹਨੂੰ ਪਰੋਲ ਦਿੱਤੀ ਜਾ ਰਹੀ ਹੈ, ਔਰ ਉਹਦੇ ਜਦੋਂ ਪਰੋਲ ਤੇ ਆਇਆ ਪਿੱਛੇ ਜੇ ਤੁਹਾਨੂੰ ਚੇਤਾ ਹੋਣਾ ਕਿ ਇੱਕ BJP ਦੇ ਵਿਧਾਇਕ ਨੇ ਵੀ, ਉਹਨਾਂ ਨੇ ਇੱਕ ਮੁਹਿੰਮ ਚਲਾਈ ਸੀ ਜਦੋਂ ਪਰੋਲ ਮਿਲੀ, ਉਹਦੀ ਖੁਸ਼ੀ ਦੇ ਵਿੱਚ ਝਾੜੂ ਲਾਇਆ ਸੀ ਜਿਹੜੇ ਡੇਰਾ ਸਮਰਥਕ ਨੇ। ਸੋ ਉਹ ਇੱਕ BJP ਦਾ ਵਿਧਾਇਕ ਵੀ ਝਾੜੂ ਲਾ ਰਿਹਾ। ਵੇਖੋ BJP ਟੋਟਲੀ
ਉਹਨੂੰ ਜਿਹੜੀ ਕੱਲ੍ਹ ਕਿਹਾ, ਮੈਨੂੰ ਬੜੀ ਸ਼ਰਮ ਵਾਲੀ ਗੱਲ ਹੈ ਕਿ ਇਹ ਕਹਿਣਾ ਕਿ ਇੱਕ ਬਲਾਤਕਾਰੀ ਨੂੰ ਤੇ ਕਾਤਲ ਨੂੰ ਕਹਿਣਾ ਕਿ ਇਹਦਾ ਆਚਰਣ ਠੀਕ ਆ। ਤੇ ਜਿਹੜਾ ਜੇਲ੍ਹ ਮੈਨੂਅਲ ਪੜ੍ਹੀਏ ਉਹਦੇ ਵਿੱਚ ਮੋਰਲ ਟਰਪੀਚੂਟ, ਅਖਲਾਕੀ ਮੁਜਰਮ, ਉਹਦੇ 'ਚ ਇਹ ਰਾਮ ਰਹੀਮ ਆਉਂਦਾ। ਰੇਪ, ਜਿੰਨੇ ਰੇਪ ਕੀਤਾ ਹੋਵੇ, ਜਿੰਨੇ ਕਿਸੇ 295 ਜਿਹਨੂੰ ਕਹਿ ਦਿੰਦੇ ਆ, ਰਿਲੀਜੀਅਸ ਸੈਂਟੀਮੈਂਟਸ ਹਰਟ ਕੀਤੇ ਹੋਣ, ਜਾਂ ਜਿਹਨੂੰ ਅਖਲਾਕੀ ਮੁਜਰਮ ਕੋਈ ਵੀ ਹੋਵੇ, ਉਹਨਾਂ ਨੂੰ ਕਦੀ ਵੀ ਜਿਹੜੀ ਜ਼ਮਾਨਤ ਨਹੀਂ ਦਿੱਤੀ ਜਾਂਦੀ। ਇਹਨਾਂ ਨੇ ਸਪੈਸ਼ਲ ਉਹਦੇ 'ਚ ਅਮੈਂਡਮੈਂਟ ਕੀਤੀ ਆ ਔਰ ਹਰਿਆਣਾ ਗੌਰਮੈਂਟ ਨੇ ਇਹਨੂੰ, ਮੈਂ ਤਾਂ ਸਾਹ ਨਹੀਂ ਕਹੂੰ, ਮੈਂ ਤਾਂ ਸਾਹ ਨਹੀਂ ਕਹੂੰ ਕਿ ਜਿਹੜਾ ਇੱਦਾਂ ਹੀ ਤੁਰਿਆ ਫਿਰਦਾ, ਸ਼ਰੇਆਮ ਤੁਰਿਆ ਫਿਰਦਾ, ਇਹ ਇੱਕ ਮਨੁੱਖਤਾ ਦੇ ਉੱਤੇ ਹਮਲਾ ਬੀਜੇਪੀ ਦਾ। ਆਸਾਰਾਮ ਰਾਜਸਥਾਨ ਦੀ ਜੇਲ੍ਹ 'ਚ ਬੰਦ ਆ, ਰੇਪ ਦੇ ਕੇਸ 'ਚ ਬੰਦ ਆ। ਅਸ਼ੋਕ ਗਹਿਲੋਤ ਦੇ ਟਾਈਮ ਜਦੋਂ ਪਿਛਲੀ ਵਾਰ ਮੁੱਖ ਮੰਤਰੀ ਸੀ 2013 'ਚ, ਉਦੋਂ ਉਹਨੂੰ ਉੱਥੇ ਕੀਤਾ ਸੀ, ਉਹਨੂੰ ਰੇਪ ਕੇਸ 'ਚ ਅਰੈਸਟ ਹੋਇਆ ਸੀ। ਅਰੈਸਟ ਤੋਂ ਬਾਅਦ ਉਹ ਜਿਹੜਾ ਅੱਜ ਤੱਕ ਜੇਲ੍ਹ ਦੇ ਵਿੱਚ ਹੈ, ਰਾਜਸਥਾਨ ਦੀ ਗੌਰਮੈਂਟ ਨੇ ਇੱਕ ਵਾਰੀ ਵੀ ਉਹਦੇ ਕਰੈਕਟਰ ਬਾਰੇ ਜਾਂ ਉਹਨੂੰ ਕਿ ਚੰਗਾ ਕਰੈਕਟਰ, ਇੱਕ ਵਾਰੀ ਵੀ ਪਰੋਲ ਨਹੀਂ ਮਿਲੀ। ਤੇ ਕੀ ਗੱਲ, ਇਹ ਹਰਿਆਣਾ 'ਚ ਹਰ ਰੋਜ਼ ਕਿਉਂ ਪਰੋਲ ਮਿਲ ਰਹੀ ਹੈ ਜੀ? ਸੋ ਕਿਤੇ ਨਾ ਕਿਤੇ ਵੋਟਾਂ ਦੀ ਰਾਜਨੀਤੀ ਜਿਹੜੀ ਬੀਜੇਪੀ ਵੋਟਾਂ ਕੀ, ਉਹਨਾਂ ਦਾ ਹੈ ਹੀ ਬਾਬਾ ਉਹਨਾਂ ਦਾ, ਬੀਜੇਪੀ ਦਾ। ਹੁਣੇ ਪੰਜਾਬ ਦੇ ਵਿੱਚ ਬਹੁਤ ਸਾਰੇ, ਜਦੋਂ ਸਰਕਾਰ ਬਣੀ ਹੈ, ਸਾਧੂ ਸਿੰਘ ਧਰਮਸੋਤ ਚੁੱਕਿਆ, ਜਿਹੜਾ ਆਸ਼ੂ ਸੀਗਾ ਭਾਰਤ ਭੂਸ਼ਣ ਆਸ਼ੂ, ਉਹਨੂੰ ਚੱਕਿਆ। ਉਸ ਤੋਂ ਬਾਅਦ ਹੁਣ ਕਿੱਕੀ ਢਿੱਲੋਂ ਦੇ ਘਰੇ ਵੀ ਗਿਣਤੀਆਂ ਮਿਣਤੀਆਂ ਹੋਈਆਂ ਨੇ, ਹੋਰ ਕਈ ਵਿਧਾਇਕਾਂ ਦੇ ਜਿਹੜੇ ਪਰਚੇ ਦਰਜ ਹੋਏ ਆ ਵਿਜੀਲੈਂਸ ਨੇ। ਕੀ ਵਾਕਈ ਜਿਹੜੇ ਕਾਂਗਰਸ ਦੇ ਵੇਲੇ ਮੰਤਰੀ ਰਹੇ ਨੇ ਜਾਂ ਵਿਧਾਇਕ ਰਹੇ ਨੇ, ਉਹਨਾਂ ਨੇ ਇੰਨੀ ਕਰਪਸ਼ਨ ਕੀਤੀ ਹੈ? ਨਹੀਂ, ਵੇਖੋ ਇਹ ਤੇ ਹੁਣ ਕੋਰਟ ਡਿਸਾਈਡ ਕਰੇਗੀ, ਇਹ ਤੇ ਕਰ ਨਹੀਂ ਸਕਦੇ। ਜੇ ਤੁਸੀਂ ਉਹਦਾ ਗਿਲਜੀਆਂ ਦਾ ਦੇਖੋ ਕਿ ਉਹਦਾ ਤਾਂ ਅਜੇ 3 ਮਹੀਨੇ ਰਿਹਾ, ਤੇ ਜੋ ਉਹਦਾ ਕਿਹਾ, ਤੇ ਉਹਦਾ ਕਿਹਾ ਜੀ ਕਰੋੜਾਂ ਤੋਂ ਆ ਕੇ ਤੇ ਹੁਣ 10 ਲੱਖ ਤੇ ਆ ਗਏ ਕਿ 10 ਲੱਖ ਦੀ ਕਰਪਸ਼ਨ ਹੋਈ ਹੈ ਜੀ। ਇਹ ਤੇ ਹੁਣ ਕੋਰਟ ਦੇਖੇਗੀ। ਪਰ ਨਾਲ ਦੀ ਨਾਲ ਮੈਂ ਕਹਿੰਦਾ ਕਿ ਜਿਹੜੇ ਕੱਟੜ ਇਮਾਨਦਾਰ ਨੇ, ਜੇ ਤੇ ਜਾਣ ਦਿੱਲੀ, CBI ਕਹਿੰਦੇ ਜੀ ਅਸੀਂ ਸਾਨੂੰ ਤੰਗ ਕਰ ਰਹੀ ਆ, ਅਸੀਂ ਕੱਟੜ ਇਮਾਨਦਾਰ ਹਾਂ। ਉੱਥੇ ਦੇ ਕਹਿੰਦੇ ਬੱਚਿਓ, ਤੁਹਾਡੇ ਸਿੱਖਿਆ ਮੰਤਰੀ ਜੀ ਜੇਲ੍ਹ ਜਾ ਰਹੇ, ਘਬਰਾਉਣਾ ਨਹੀਂ, ਪੜ੍ਹਦੇ ਰਹਿਣਾ। ਕਮਾਲ ਹੋ ਗਈ ਵੀ, ਇਹ ਟੀਚਰ ਲੱਗੇ ਨੇ ਉੱਥੇ। ਤੇ ਉਹ ਗਿਆ ਸਿੱਖਿਆ ਮੰਤਰੀ ਐਕਸਾਈਜ਼ 'ਚ, ਕਿਉਂਕਿ ਐਕਸਾਈਜ਼ ਡਿਪਾਰਟਮੈਂਟ ਵੀ ਆ, ਜੇ ਤੇ ਐਜੂਕੇਸ਼ਨ ਡਿਪਾਰਟਮੈਂਟ ਕਰਕੇ ਕਪਲੇ ਕਰਕੇ ਕੀਤਾ, ਫਿਰ ਤਾਂ ਕਿਹਾ ਜਾ ਸਕਦਾ ਕਿ ਉਹਦਾ ਗਲਤ ਆ। ਤੇ ਜਦੋਂ ਕਲੀਅਰ ਕੱਟ ਉਹੋ ਹੀ ਪਾਲਿਸੀ ਪੰਜਾਬ ਦੇ ਵਿੱਚ ਲਾਗੂ ਕੀਤੀ ਗਈ ਹੈ, ਜੇ ਤੇ CBI ਨੂੰ ਚਾਹੀਦਾ ਪੰਜਾਬ ਵੀ ਦੇਖੇ, ਫਿਰ ਪਤਾ ਲੱਗ ਜਾਏਗਾ ਕੌਣ। ਤੇ ਦੂਸਰੀ ਜਿਹੜੀ ਤੁਸੀਂ ਓਨੈਸਟੀ ਦੀ ਗੱਲ ਕੀਤੀ ਆ, ਇਹਨਾਂ ਦਾ ਤੇ 2 ਮੰਤਰੀ ਆਪ ਹੀ ਚੀਫ ਮਿਨਿਸਟਰ ਕਹਿ ਰਿਹਾ ਕਿ ਸਿੰਗਲਾ ਜਿਹੜਾ ਵਾ ਇਹਦੀ ਮੇਰੇ ਕੋਲ ਆਡੀਓ ਪਈ ਆ, ਆਪਣੇ ਘਰੋਂ ਨੂੰ ਗ੍ਰਿਫਤਾਰ ਕਰਵਾਇਆ, ਤੇ ਅੱਜ ਤੱਕ ਉਹ ਆਡੀਓ ਦਿੱਤੀ ਕਿਉਂ ਨਹੀਂ? ਕੋਰਟ ਦੇ ਵਿੱਚ ਕਿਉਂ ਨਹੀਂ ਚਲਾਨ ਪੇਸ਼ ਕੀਤਾ? ਕਿਉਂ ਨਹੀਂ ਟਰਾਇਲ ਸ਼ੁਰੂ ਕਰਵਾਇਆ? ਜਿਹੜੀ ਸਰਾਰੀ ਵਾਲੀ ਆ, ਉਹ ਆਪ ਹੀ ਕਹਿ ਰਿਹਾ। ਤੇ ਜਿਹੜਾ ਇੱਕ ਇਹਨਾਂ ਦਾ ਰੰਗੇ ਹੱਥੀ MLA ਫੜਿਆ ਗਿਆ ਯਾਰ, ਅਮਿਤ ਰਤਨ, ਤੇ ਇਹਦੇ ਤੋਂ ਵੱਧ ਹੋਰ ਇਮਾਨਦਾਰੀ ਦਾ ਕੀ ਸਬੂਤ ਇਹ ਚਾਹੁੰਦੇ ਨੇ ਜੀ? ਲੋਕਾਂ ਨੂੰ ਤੇ ਇਹਨਾਂ ਕੱਟੜ ਇਮਾਨਦਾਰੀ ਤੇ ਦਿਖਾਈ ਦਿੱਤੀ ਆ, ਤੇ ਗਾਂ ਵੇਖੋ ਕਰਦੇ ਕੀ ਨੇ। ਅੱਛਾ, ਹੁਣ ਰਾਹੁਲ ਗਾਂਧੀ ਜਿਹੜੀ ਭਾਰਤ ਜੋੜੋ ਯਾਤਰਾ 'ਚ ਆਖਰੀ ਪੜਾਅ ਦੇ ਵਿੱਚ ਉਹ ਪੰਜਾਬ 'ਚੋਂ ਲੰਘ ਕੇ ਫਿਰ ਉਹ ਜੰਮੂ ਕਸ਼ਮੀਰ ਗਏ ਆ। ਸੋ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਦੀ ਜਿਹੜੀ ਭਾਰਤ ਜੋੜੋ ਯਾਤਰਾ ਨਾਲ ਕੀ ਕਾਂਗਰਸ ਨੂੰ ਇਹਦਾ ਕਿੰਨਾ ਕੁ ਲਾਭ ਹੋਇਆ, ਤੁਹਾਨੂੰ ਕੀ ਲੱਗਦਾ? ਵੇਖੋ, ਇਕੱਲੇ ਪੰਜਾਬ 'ਚ ਨਹੀਂ ਹੋਇਆ, ਪੂਰੇ ਦੁਨੀਆ ਦੇ ਵਿੱਚ ਵੀ ਇਮੇਜ ਕਾਂਗਰਸ ਦਾ ਉੱਪਰ ਗਿਆ ਕਿ ਇੱਕ ਭਾਰਤ ਨੂੰ ਜੋੜਨ ਵਾਲੀ ਗੱਲ ਕੀਤੀ। ਉਹਦੇ 'ਚ ਕਿਤੇ ਵੀ ਤੁਸੀਂ ਵੇਖਿਆ ਹੋਣਾ ਕਿ ਪੋਲੀਟੀਕਲ ਗੱਲ ਕੋਈ ਨਹੀਂ ਕੀਤੀ। ਇਹੋ ਹੀ ਕਿਹਾ ਕਿ ਭਾਰਤ ਜੋੜੋ। ਇਹ ਡਰ ਦੀ ਰਾਜਨੀਤੀ ਜਿਹੜੀ ਆ ਕਿ ਡਰਾਉਣਾ, IB, CBI, ਦੂਸਰੀ ਤੁਹਾਡੀ ED, ਇਨਕਮ ਟੈਕਸ, NIA ਜਾਂ ਹੋਰ ਕੋਈ ਜਿੰਨਾ ਵੀ ਹੈਗਾ, ਇਹਨਾਂ ਸਾਰੀਆਂ ਚੀਜ਼ਾਂ ਤੋਂ ਕਿ ਜਾ ਕੇ ਰੇਡ ਕਰ ਦਿਓ, ਉਹਦੇ ਕਰ ਦਿਓ, ਇਹਦੇ ਫੜ ਦਿਓ, ਉਹਨੂੰ ਕਰ ਦਿਓ। ਕਿ ਤੁਸੀਂ ਹੁਣ ਵੀ ਵੇਖਿਆ ਕਿ ਕਿਵੇਂ ਓਪਨਲੀ ਜਿਹੜੇ ਰੇਡ ਸਿਰਫ ਉਹਨਾਂ ਦੇ ਹੁੰਦੇ ਆ ਕਿ BJP ਦੇ ਕਿਤੇ ਨਹੀਂ ਹੁੰਦੇ, ਜਾਂ ਕਿ ਹੋਰ ਕਿਸੇ ਨਹੀਂ ਹੁੰਦਾ ਜਿਹੜਾ BJP ਦੇ, ਜਿਵੇਂ ਪੰਜਾਬ 'ਚ ਆ ਇਹੋ ਚੀਜ਼ ਉੱਥੇ ਬਾਹਰੋਂ ਚਲਾ ਰਹੀ ਆ। ਤੇ ਉਹ ਕਿਹਾ ਕਿ ਡਰ ਦੀ ਰਾਜਨੀਤੀ ਜਿਹੜੀ ਆ, ਡਰੋ ਨਾ, ਆਪਣੇ ਦੇਸ਼ ਦੇ ਨਾਲ ਖੜੇ ਹੋ, ਇਹ ਕੋਈ ਨਾਰਾ ਸੀਗਾ ਕਿ ਪੰਜਾਬ ਦੇ ਵਿੱਚ ਦੇਖੋ, ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਕਾਂਗਰਸ 'ਚ ਧੜੇਬੰਦੀ ਹੈਗੀ ਸੀ। ਹੁਣ ਕਾਂਗਰਸ 'ਚ ਆਪਸੀ ਧੜੇਬੰਦੀ ਹੈ ਜਾਂ ਕਾਂਗਰਸ ਇੱਕ? ਨਹੀਂ, ਵੇਖੋ, ਜੇ ਆਪਸ ਵਿੱਚ ਧੜੇਬੰਦੀ ਨਹੀਂ, ਮੇਰੇ ਖਿਆਲ ਕਿ ਧੜੇਬੰਦੀ ਤੇ ਹਰ ਪਾਸੇ ਚੱਲਦੀ ਆ, ਹਰ ਪਾਰਟੀ 'ਚ ਚੱਲਦੀ ਆ। ਤੇ ਉਹ ਜਿਹੜੀ ਧੜੇਬੰਦੀ ਆ ਅੰਡਰ ਕੰਟਰੋਲ ਹੋਣੀ ਚਾਹੀਦੀ ਹੈ, ਨਾ ਕਿ ਓਪਨਲੀ ਜਿਹੜੀ ਆ
ਉਹ ਕੀਤੀ ਜਾਏ। ਇਹਦਾ ਵੀ ਕੰਟਰੋਲ ਕਰ ਰਹੇ ਹਾਂ ਕਿ ਧੜੇਬੰਦੀ ਦਾ ਕੰਟਰੋਲ ਹੋਣਾ ਚਾਹੀਦਾ। ਪੰਜਾਬ ਦੇ ਵਿੱਚ ਜੇ ਆਪਾਂ 10-15 ਸਾਲ ਪਿੱਛੇ ਚਲੇ ਜਾਈਏ ਤਾਂ ਉਦੋਂ ਵਿਧਾਨ ਸਭਾ ਦੀ ਇੱਕ ਮਰਿਆਦਾ ਹੁੰਦੀ ਸੀ, ਮਰਿਆਦਾ ਰੱਖੀ ਜਾਂਦੀ ਸੀ। ਜਿਹੜੇ ਲੀਡਰ ਵੀ ਨੇ, ਚਾਹੇ ਓਪੋਜੀਸ਼ਨ ਨੂੰ ਨੇ, ਚਾਹੇ ਓਪੋਜੀਸ਼ਨ ਵਾਲੇ ਨੇ, ਚਾਹੇ ਰੂਲਿੰਗ ਪਾਰਟੀ ਵਾਲੇ ਨੇ, ਉਹ ਇੱਕ ਮਰਿਆਦਾ ਤਹਿਤ ਬੋਲਦੇ ਸੀ। ਜਿਸ ਤਰ੍ਹਾਂ ਬੋਲਬਾਣੀ, ਮਤਲਬ ਆਪਾਂ ਕਹਿੰਦੇ ਆ ਕਿ ਲੱਚਰ ਗੀਤ ਨੇ, ਗੰਨਾ ਗੰਡਾਸੇ, ਗੈਂਗਸਟਰਵਾਦ ਨੂੰ ਪ੍ਰਮੋਟ ਕਰਦੇ ਆ ਜਾਂ ਹੈ ਨਾ, ਤਾਂ ਉਸੇ ਤਰ੍ਹਾਂ ਤੁਹਾਨੂੰ ਲੱਗਦਾ ਨਹੀਂ ਗਾ ਕਿ ਜਿਹੜੀ ਸਿਆਸਤਦਾਨਾਂ ਦੀ ਭਾਸ਼ਾ, ਕਿਉਂਕਿ ਉਹ ਰੀਪ੍ਰਜੈਂਟ ਕਰਦੇ ਆ, ਉਹਨਾਂ ਨੂੰ 1.5-2 ਲੱਖ ਲੋਕਾਂ ਦੇ ਨੁਮਾਇੰਦੇ ਹੁੰਦੇ ਆ, ਚੁਣ ਕੇ ਭੇਜਿਆ ਹੁੰਦਾ ਹੈ, ਔਰ ਜਿਹੜੀ ਭਾਸ਼ਾ, ਔਰ ਤੁਹਾਡੇ ਸਾਹਮਣੇ ਇੱਕ ਵਾਰੀ ਆਈ ਸੀ ਜਦੋਂ ਅਕਾਲੀ ਸਰਕਾਰ ਸੀ, ਤਾਂ ਉਹਦੇ ਤੁਹਾਡੇ ਰਾਣਾ ਗੁਰਜੀਤ ਨੂੰ ਬਿਕਰਮ ਮਜੀਠੀਆ ਬੋਲੇ ਸੀਗੇ ਵਿਧਾਨ ਸਭਾ ਦੇ ਵਿੱਚ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੁਝ ਲੀਡਰ ਨੇ ਜਿਨ੍ਹਾਂ ਦੀ ਭਾਸ਼ਾ ਜਿਹੜੀ ਉਹ ਮਿਆਰੀ ਨਹੀਂ ਰਹੀ, ਮਤਲਬ ਜਾਂ ਇਸ ਤਰ੍ਹਾਂ ਲੱਗਦਾ ਹੈ ਕਿ ਇੱਕ ਥ੍ਰੈਟ ਕਰ ਰਹੇ ਆ ਪੱਤਰਕਾਰਾਂ ਨੂੰ। ਉਹਦੇ 'ਚ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਵੀ ਆਉਂਦਾ, ਉਹਦੇ 'ਚ ਬਿਕਰਮ ਸਿੰਘ ਮਜੀਠੀਆ ਦਾ ਨਾਮ ਵੀ ਆਉਂਦਾ, ਉਹਦੇ 'ਚ ਕੁਲਬੀਰ ਸਿੰਘ ਜੀਰਾ ਦਾ ਨਾਮ ਵੀ ਆਉਂਦਾ, ਉਹਦੇ 'ਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਵੀ ਨਾਮ ਆਉਂਦਾ, ਚਾਹੇ ਲੂਜ਼ ਤੱਕ ਨਹੀਂ ਕੀਤੀ, ਪਰ ਇਸ ਤਰ੍ਹਾਂ ਆਉਂਦਾ ਹੈ ਕਿ ਉਹ ਇੱਕ ਕਈ ਵਾਰੀ ਮੀਡੀਆ ਨੂੰ ਵੀ ਥ੍ਰੈਟ ਦੇ ਵੇਚ ਗੱਲ ਕਰਦੇ ਆ। ਸੋ ਤੁਹਾਨੂੰ ਲੱਗਦਾ ਨਹੀਂ ਕਿ ਭਾਸ਼ਾ ਦਾ ਮਿਆਰ ਡਿੱਗਦਾ ਜਾ ਰਿਹਾ? ਮੈਂ ਅਜੇ ਤੱਕ ਮੀਡੀਆ ਨੂੰ ਮੈਂ ਥ੍ਰੈਟ ਨਹੀਂ ਵੈਸੇ ਕੀਤਾ, ਕਦੀ ਵੀ ਨਹੀਂ ਮੈਂ ਕੀਤਾ। ਹਾਂ, ਔਰ ਇੱਕ ਨਾਮ ਹੋਰ ਰਹਿ ਗਿਆ ਜੀ, ਨਵਜੋਤ ਸਿੰਘ ਸਿੱਧੂ। ਪੀਟੀਸੀ ਨੂੰ ਮੈਂ ਜ਼ਰੂਰ ਕਰਦਾ ਰਿਹਾ ਕਿ ਤੁਸੀਂ ਬਾਹਰ ਨਿਕਲ ਜਾਓ ਜੀ, ਉਹ ਮੈਂ ਉਹਨਾਂ ਨੂੰ ਜ਼ਰੂਰ ਕਹਿੰਦਾ ਰਿਹਾ ਕਿ ਪੀਟੀਸੀ ਨੂੰ ਕਿ ਤੁਸੀਂ ਬਾਹਰ ਨਿਕਲੋ, ਤੁਹਾਡੇ ਨਾਲ ਮੈਂ ਗੱਲ ਨਹੀਂ ਕਰਨੀ, ਕਿਉਂਕਿ ਤੁਸੀਂ ਅਕਾਲੀ ਦਲ ਦੀ ਜ਼ਬਾਨ ਬੋਲਦੇ ਹੋ। ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ 2000 ਤੋਂ ਪਹਿਲਾਂ ਜੀ, 2000 ਜਦੋਂ 2 ਦੇ ਵਿੱਚ ਅਸੀਂ ਆਏ ਹਾਂ, ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਜਾਤੀ ਕਿੜ ਕੱਢਣ ਲਈ ਬਾਦਲਾਂ ਦੇ ਨਾਲ ਆਪਣਾ ਉਹਨੇ ਜੰਗ ਜਾਰੀ ਰੱਖੀ, ਤੇ ਬਾਅਦ 'ਚ 2007 'ਚ ਉਹਨਾਂ ਦੇ ਨਾਲ ਜਦੋਂ ਉਹਨਾਂ ਦੀ ਗਵਰਨਮੈਂਟ ਬਣੀ, ਉਹਨਾਂ ਨਾਲ ਸੁਲ੍ਹਾ ਕਰ ਗਿਆ। ਇਹ ਮੈਂ ਬਿਲਕੁਲ ਤੁਹਾਡੇ ਨਾਲ ਐਗਰੀ ਕਰਦਾ। 2012 'ਚ ਜਦੋਂ ਦੁਬਾਰਾ ਅਕਾਲੀ ਦਲ ਦੀ ਸਰਕਾਰ ਬਣੀ ਹੈ, ਉਹਦੇ ਵਿੱਚ ਅਕਾਲੀ ਦਲ ਦੇ ਨਾਲ ਕਦੀ ਵੀ ਪਹਿਲਾਂ ਮਾਫੀਆ ਨਹੀਂ ਸੀ ਜੁੜਿਆ। ਉਹਦੇ ਬਾਅਦ ਲੈਂਡ ਮਾਫੀਆ, ਸੈਂਡ ਮਾਫੀਆ, ਡਰੱਗ ਮਾਫੀਆ, ਕੇਬਲ ਮਾਫੀਆ, ਸਾਰੇ ਮਾਫੀਆ ਜੁੜ ਕੇ ਗਿਰਾਵਟ ਉਦੋਂ ਸ਼ੁਰੂ ਹੋਈ। ਤੇ ਔਰ ਜਿਸ ਤਰੀਕੇ ਨਾਲ ਬਿਕਰਮ ਮਜੀਠੀਆ ਨੇ ਆ ਕੇ ਅਕਾਲੀ ਦਲ 'ਤੇ ਕਬਜ਼ਾ ਕੀਤਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੈਲਪਲੈਸ ਹੋ ਗਏ। ਉਹ ਬੜਾ ਵੱਡਾ ਦੁਖਾਂਤ ਸੀ ਪੰਜਾਬ ਦਾ। ਅੱਜ ਜੋ ਮਰਜ਼ੀ ਕਹੀਏ, ਅਕਾਲੀ ਦਲ ਦਾ ਕਮਜ਼ੋਰ ਹੋਣਾ ਪੰਜਾਬ ਦੀ ਸਿਆਸਤ ਦਾ ਵਿੱਚ ਉਹਨਾਂ ਦਾ ਬੜਾ ਵੱਡਾ ਰੋਲ ਸੀ। ਭਾਵੇਂ ਜੇ ਬੇਸ਼ੱਕ ਉਹ ਟੈਰਰਿਜ਼ਮ ਦੇ ਟਾਈਮ 'ਚ ਉਹਨਾਂ ਨੇ ਕੀ ਕੀਤਾ, ਜਾਂ ਕਿਸ ਤਰੀਕੇ ਨਾਲ ਝੂਠ ਬੋਲ ਕੇ ਜਾਂ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਕਿਵੇਂ ਲੈਂਦੇ ਰਹੇ, ਪਰ ਪ੍ਰਕਾਸ਼ ਸਿੰਘ ਬਾਦਲ ਨੂੰ ਮੋਡਰੇਟ ਸਿੱਖ ਮੰਨਿਆ ਜਾਂਦਾ ਸੀ। ਹੈਗੇ ਜਾਂ ਨਹੀਂ ਹੈਗੇ ਉਹ ਆਪਾਂ ਅਲੱਗਾ ਗੱਲ ਸੀ। ਪ੍ਰਕਾਸ਼ ਸਿੰਘ ਬਾਦਲ ਕਦੀ ਵੀ ਬਦਲਾ ਲਊ ਰਾਜਨੀਤੀ 'ਚ ਉਹਨਾਂ ਦਾ ਵਿਸ਼ਵਾਸ ਨਹੀਂ ਸੀ। ਮੈਨੂੰ ਅੱਜ ਵੀ ਯਾਦ ਆ, ਗਿਆਨੀ ਜੈਲ ਸਿੰਘ ਦੇ ਵੇਲੇ ਮੇਰੇ ਫਾਦਰ ਵੀ ਉਸ ਟਾਈਮ ਮਿਨਿਸਟਰ ਸੀਗੇ। ਸ਼ੰਗਾਨੀ ਕਮਿਸ਼ਨ ਦੀ ਰਿਪੋਰਟ ਆਈ, ਗਿਆਨੀ ਜੈਲ ਸਿੰਘ ਨੇ ਟੇਬਲ ਨਹੀਂ ਕੀਤੀ। ਸਾਰੀ ਕਾਂਗਰਸ ਇੱਕ ਸਾਈਡ 'ਤੇ ਖੜੀ ਹੋ ਗਈ। ਗਿਆਨੀ ਜੈਲ ਸਿੰਘ ਕਹਿੰਦੇ ਕਿ ਮੈਂ ਰਿਜ਼ਾਈਨ ਕਰ ਦੂੰ, ਮੈਂ ਬਦਲਾਖੋਰ ਨੀਤੀ ਨਹੀਂ ਅਪਣਾਉਣੀ। ਜਦੋਂ 77 'ਚ ਗਿਆਨੀ ਜੈਲ ਸਿੰਘ ਉਤਰਿਆ, ਤੇ ਸਭ ਤੋਂ ਪਹਿਲਾਂ ਜੇ ਕੋਈ ਕੇਸ ਵਿਜੀਲੈਂਸ ਦਾ ਬਣਿਆ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਗਿਆਨੀ ਜੈਲ ਸਿੰਘ ਤੇ ਬਣਾਇਆ ਸੀ। ਉਹ ਤੋਂ ਪਹਿਲਾਂ ਵਿਜੀਲੈਂਸ ਦਾ ਨਾਂ ਹੀ ਨਹੀਂ ਸੀ ਕਦੇ ਹਿੰਦੁਸਤਾਨ ਦੇ ਵਿੱਚ ਪਤਾ। ਮੈਂ ਕਰੈਕਟਰ ਦੀ ਗੱਲ ਦੱਸਣ ਲੱਗਾ ਕਿ ਉਹ ਦੇਸ਼ ਭਗਤ ਸੀਗਾ ਗਿਆਨੀ ਜੈਲ ਸਿੰਘ, ਤੇ ਇਹਦਾ ਮੈਂ ਕਰੈਕਟਰ ਦੱਸਣ ਲੱਗਾ ਪ੍ਰਕਾਸ਼ ਸਿੰਘ ਬਾਦਲ ਦਾ। ਉਹਦੇ ਬਾਅਦ ਜਦੋਂ ਗਿਆਨੀ ਜੈਲ ਸਿੰਘ ਬਣੇ, ਫਿਰ ਸਾਰੀ ਕਾਂਗਰਸ ਇਕੱਠੀ ਹੋ ਗਈ ਕਿ ਤੂੰ ਹੋਮ ਮਿਨਿਸਟਰ ਬਣਿਆ, ਤੇ ਜਦੋਂ ਵਧਾਈ ਦੇਣਗੇ ਤੇ ਉੱਥੇ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਅੰਦਰ ਬੈਠਾ, ਤੇ ਕਾਂਗਰਸੀ ਬਿਨਾਂ ਵਧਾਈ ਦੇਣ ਤੋਂ ਬਾਹਰ ਨਿਕਲ ਕੇ ਆ ਗਏ। ਤੇ ਉਹਨਾਂ ਨੇ ਪੁੱਛਿਆ ਕਿ ਜਿੰਨੇ ਤੇਰੀਆਂ ਦੌੜਾਂ ਲਵਾਉਂਦਾ ਰਿਹਾ ਉਹ ਤੂੰ ਅੰਦਰ ਬਿਠਾਇਆ, ਇਦਾਂ ਹੀ ਤੂੰ ਕਹਿ ਕੇ ਕਿਹਾ? ਕਹਿੰਦੇ ਉਹਦਾ ਕਰੈਕਟਰ ਹੈ, ਇਹ ਮੇਰਾ ਕਰੈਕਟਰ ਹੈ। ਕਹਿੰਦੇ ਮੈਂ ਬਿਲਕੁਲ ਆਪਣੇ ਮਨ 'ਚ ਨਹੀਂ ਰੱਖਿਆ ਇਹ ਚੀਜ਼ਾਂ। ਉਹਨਾਂ ਪੁਰਾਣੇ ਤੋਂ ਹੀ ਪੁਰਾਣੀ ਰਾਜਨੀਤੀ ਦੀ ਗੱਲ ਕੀਤੀ। ਮੈਂ ਬਿਲਕੁਲ, ਕਿਉਂਕਿ ਜਿਹੜੇ ਪੁਰਾਣੇ ਵੱਡੇ ਲੀਡਰ ਸੀਗੇ, ਉਹ ਲੀਡਰ ਇਹਨਾਂ ਗੱਲਾਂ, ਇਹ ਜਿਹੜੀ ਆ ਚੱਲੀ ਨਾ ਟਸਲ, ਇਹ 2002 'ਚ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਜਾਤੀ ਖਿੜ ਕੱਢਣ ਲਈ ਉਹਨਾਂ ਦੇ ਪਰਿਵਾਰ 'ਤੇ ਕੇਸ ਬਣਾਇਆ। ਉਹਦੇ ਬਾਅਦ ਉਹਨਾਂ ਨੇ ਬਣਾਇਆ, ਤੇ ਦੋਨੋਂ ਬਾਅਦ 'ਚ ਇਕੱਠੇ ਹੋ ਗਏ, ਤੇ ਦੋਨਾਂ ਨੇ ਆਪਸ ਵਿੱਚ ਸੁਲ੍ਹਾ ਕਰ ਲਈ। ਜੇ 2012 'ਚ ਮੇਰਾ ਖਿਆਲ ਹੈ ਕਿ ਆਪਣਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਸਟੈਂਡ 'ਤੇ ਕਾਇਮ ਰਹਿੰਦੇ, ਤੇ ਮੇਰਾ ਖਿਆਲ ਆਮ ਆਦਮੀ ਪਾਰਟੀ ਕਦੀ ਪੈਦਾ ਹੀ ਨਹੀਂ ਸੀ ਹੋ ਸਕਦੀ।
ਕਾਂਗਰਸ ਲਈ ਇਸ ਵੇਲੇ ਤੁਹਾਡੀ ਜਿਹੜੀ ਤੁਸੀਂ ਜਿਹਨੂੰ ਦੇਖਦੇ ਹੋ ਕਿ ਸਾਡਾ ਮੁਕਾਬਲਾ ਹੈ ਉਹ ਆਮ ਆਦਮੀ ਪਾਰਟੀ ਹੈ ਜਾਂ ਅਕਾਲੀ ਦਲ ਆ? ਆਮ ਆਦਮੀ ਪਾਰਟੀ ਦਾ ਤੁਸੀਂ ਸੰਗਰੂਰ 'ਚ ਵੇਖ ਹੀ ਲਿਆ 3 ਮਹੀਨੇ ਬਾਅਦ ਹੀ। ਅੱਗੇ ਵੇਖੋ ਲੋਕੀ ਪੰਜਾਬ ਦੇ ਲੋਕ ਜਿਹੜੇ ਨੇ ਨਾ ਉਹ ਬਹੁਤ ਸਿਆਣੇ ਨੇ ਤੇ ਇਮੋਸ਼ਨਲ ਵੀ ਬੜੀ ਜਲਦੀ ਹੁੰਦੇ ਨੇ। ਇਮੋਸ਼ਨਲੀ ਇਹਨੇ ਜਿੱਦਾਂ ਨੂੰ ਮਰਜ਼ੀ ਲੈ ਜਾਓ, ਜਿੱਦਾਂ ਨੂੰ ਵਾਹ ਆਇਆ ਲਾਲਾ ਲਾਲਾ ਕਰਦੇ ਉਦੋਂ ਨੂੰ ਛੱਡ ਜਾਂਦੇ ਤੇ ਜਦੋਂ ਚੜਾ ਕੇ ਤੇ ਲਿਆਉਂਦੇ ਨੇ ਹਾਥੀ ਤੇ ਜਦੋਂ ਭੇਜਦੇ ਹੋ ਤੁਹਾਨੂੰ ਪਤਾ ਹੀ ਕਿਵੇਂ ਵਾਪਸ ਭੇਜਦੇ ਨੇ। ਤੁਸੀਂ ਪੁਰਾਣੇ ਲੀਡਰਾਂ ਦੀ ਗੱਲ ਕੀਤੀ ਸੀ, ਬੇਸ਼ੱਕ ਸਾਡੀ ਉਮਰ ਤੋਂ ਵੀ ਪਹਿਲਾਂ ਦੀਆਂ ਗੱਲਾਂ ਨੇ, ਪਰ ਜਦੋਂ ਅਸੀਂ ਦੇਖਦੇ ਹਾਂ ਇਤਿਹਾਸ ਦੇਖਦੇ ਹਾਂ ਫਰੋਲ ਕੇ, ਤੁਹਾਡੇ ਫਾਦਰ ਸਾਹਿਬ ਸਰਦਾਰ ਸੰਤੋਖ ਸਿੰਘ ਰੰਧਾਵਾ ਤੇ ਉਹ ਕਾਂਗਰਸ ਦੇ ਵੱਡੇ ਲੀਡਰ ਸਨ ਔਰ ਉਹਨਾਂ ਦਾ ਵਿਰੋਧੀ ਧਿਰ ਵਾਲੇ ਵੀ ਅਕਾਲੀ ਦਲ ਵਾਲੇ ਵੀ ਸਾਰੇ ਸਤਿਕਾਰ ਕਰਦੇ ਸੀ। ਇਸ ਤਰ੍ਹਾਂ ਅਕਾਲੀ ਦਲ ਦੇ ਪੁਰਾਣੇ ਲੀਡਰਾਂ ਦਾ ਚਾਹੇ ਟੌੜਾ ਸਾਹਿਬ ਨੇ ਉਹਨਾਂ ਦਾ ਕਾਂਗਰਸ ਵਾਲੇ ਸਤਿਕਾਰ ਕਰਦੇ ਸੀ। ਸੋ ਉਹਨਾਂ ਦੀ ਇੱਕ ਮਿਆਰੀ ਭਾਸ਼ਾ ਸੀ, ਸਤਿਕਾਰ ਸੀ, ਇੱਕ ਦੂਜੇ ਦਾ ਕੰਮ ਵੀ ਕਰਦੇ ਸੀ, ਇੱਕ ਦੂਜੇ ਨਾਲ ਨਿੱਜੀ ਕਿਹੜਾ ਜਿਹੜੀ ਸਿਆਸੀ ਤੌਰ ਤੇ ਵੀ ਉਹ ਨਹੀਂ ਕਰਦੇ ਸੀ। ਹੁਣ ਜਿਵੇਂ ਤੁਹਾਡੇ ਕੋਲ ਬਹੁਤ ਸਾਰੇ ਜੂਨੀਅਰ ਨੇ, ਉਮਰ ਦੇ ਵਿੱਚ ਵੀ ਤੁਹਾਡੇ ਤੋਂ ਛੋਟੇ ਨੇ ਕਾਂਗਰਸੀ, ਬੇਸ਼ੱਕ ਤੁਸੀਂ ਅਕਾਲੀ ਦਲ ਨੂੰ ਨਹੀਂ ਕਹਿ ਸਕਦੇ, ਪਰ ਜਿਹੜੇ ਕਾਂਗਰਸੀ ਨੇ ਜਿਨ੍ਹਾਂ ਦੀ ਭਾਸ਼ਾ ਦਾ ਮਿਆਰ ਵਿਗੜਦਾ, ਤੁਹਾਨੂੰ ਲੱਗਦਾ ਨਹੀਂ ਕਿ ਤੁਹਾਨੂੰ ਅੱਗੇ ਲੱਗਣਾ ਚਾਹੀਦਾ ਹੈ ਕਿ ਘੱਟੋ ਘੱਟ ਉਹਨਾਂ ਦੇ ਚਾਹੇ ਨਾ ਹੋਣ ਤੁਹਾਡੇ ਪੁਰਖਿਆਂ ਦਾ ਜਿਹੜਾ ਸੀਗਾ ਸਤਿਕਾਰ ਉਹ ਬਹਾਲ ਕੀਤਾ ਜਾਵੇ? ਮੈਂ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿਹਾ, ਮੈਂ ਕਿਹਾ ਜੇ ਉਹ ਮਜ਼ਬੂਤ ਰਹਿੰਦੇ ਤੇ ਪੰਜਾਬ ਦੇ ਇਹ ਹਾਲਾਤ ਨਹੀਂ ਸੀ ਹੋਣੇ। ਟੌੜਾ ਸਾਹਿਬ, ਵਡਾਲਾ ਸਾਹਿਬ ਜਾਂ ਮੈਂ ਕਹਿੰਦਾ ਕਿ ਸੁਖਬੀਰ ਬਾਦਲ ਵੀ ਉਹਦੇ 'ਚ ਵੀ ਅਜੇ ਕੋਈ ਇਨਸਾਨੀਅਤ ਹੈਗੀ, ਉਹ ਵੀ ਕਿਸੇ ਨੂੰ ਜੀ ਕਰਕੇ ਬੁਲਾਉਂਦੇ ਨੇ ਤੇ ਵਿੱਚੋਂ ਕਈ ਉਹਨਾਂ 'ਚ ਵੀ ਆ ਗਏ 3-4 ਲੀਡਰ ਜਿਨ੍ਹਾਂ ਨੇ ਤੁਸੀਂ ਵੇਖਿਆ ਕਿ ਅਸੈਂਬਲੀ 'ਚ ਕਿੱਦਾਂ ਦੀ ਆਪੇ ਤੁਸੀਂ ਦੱਸਿਆ ਰਾਣਾ ਜੀ ਵਾਲੀ ਗੱਲ, ਉਹ ਜਿਹੜੀ ਚੀਜ਼ਾਂ 'ਚ ਅਸੈਂਬਲੀ 'ਚ ਬੋਲਣੀਆਂ ਉਹ ਵਾਕਿਆ ਹੀ। ਤੇ ਜਦੋਂ ਕੋਈ ਅਗਲਾ ਬੋਲਦਾ ਤੇ ਫਿਰ ਤੇ ਯਾਰ ਪੰਜਾਬੀ ਜਾਂ ਆਪਾਂ ਕਿਹੜੀ ਉਹਨਾਂ ਦੇ ਅੱਗੋਂ ਝੁਕਣ ਵਾਲੇ ਆ। ਪਰ ਤੁਹਾਨੂੰ ਅਫਸੋਸ ਹੁੰਦਾ ਕਿ ਇਸ ਤਰ੍ਹਾਂ ਦੀ ਭਾਸ਼ਾ ਨਹੀਂ? ਮੈਂ ਕਿਹਾ ਮੈਨੂੰ ਇੱਕ ਵਾਰ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ 16 'ਚ ਮਿਲਣ ਚਲਾ ਗਿਆ। ਮੈਂ ਕਦੀ ਗਿਆ ਨਹੀਂ ਸੀ। ਕੋਈ ਇੱਕ ਐਮਐਲਏ ਦਾ ਕਿਸੇ ਦਾ ਐਮਐਲਏ ਨਹੀਂ, ਕਿਸੇ ਐਮਐਲਏ ਨੇ ਕਾਂਗਰਸ ਦੇ ਇੱਕ ਲੀਡਰ ਗੁਰਦਾਸਪੁਰ ਦੇ ਥੱਪੜ ਮਰਵਾ ਦਿੱਤੇ। ਮੈਂ ਉਸ ਕੰਮ ਲਈ ਮਿਲਣ ਗਿਆ। ਮੈਨੂੰ ਉਸ ਵੇਲੇ ਉਹਨਾਂ ਨੇ ਕਿਹਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਕਹਿੰਦੇ ਕਾਕਾ ਜਿਸ ਪਾਸੇ ਤੁਰ ਪਏ ਹੋ ਪੰਜਾਬ ਦਾ ਨੁਕਸਾਨ ਕਰੋਗੇ। ਕਹਿੰਦੇ ਜਾ ਕੇ ਦੇਖੋ ਵਿਧਾਨ ਸਭਾ ਦੀਆਂ ਜਿਹੜੀਆਂ ਪ੍ਰੋਸੀਡਿੰਗਸ ਨੇ, ਕਹਿੰਦੇ ਅਸੀਂ ਤੁਹਾਡੇ ਨਾਲ ਵੱਧ ਲੜਦੇ ਪਰ ਪੰਜਾਬ ਲਈ ਲੜਦੇ ਸੀ, ਪੰਜਾਬ ਦੀ ਗੱਲ ਕਰਦੇ ਸੀ। ਕਹਿੰਦੇ ਤੁਸੀਂ ਕੁੱਕੜ ਖੇਡ ਆ ਰਹੇ ਹੋ। ਤੇ ਮੈਂ ਕਿਹਾ ਜੀ ਇਹਦੇ 'ਚ ਤੁਹਾਡਾ ਬਹੁਤਾ ਬਾਦਲ ਸਾਹਿਬ ਕਸੂਰ ਹੈ। ਮੈਂ ਕਿਹਾ ਕਦੇ ਮੈਂ ਕਿਹਾ ਜੀ ਮੈਨੂੰ ਯਾਦ ਆ ਕਿ ਪੁਰਾਣੇ ਲੀਡਰ ਆਪਣਾ ਪਿਆਰ ਨਹੀਂ ਸੀ ਛੱਡਦੇ, ਵਿਧਾਨ ਸਭਾ 'ਚ ਲੜਾਈ ਲੜਦੇ ਸੀ ਤੇ ਬਾਹਰ ਨਿਕਲ ਕੇ ਜੀ ਕਰਕੇ ਇੱਕ ਦੂਜੇ ਨੂੰ ਹੱਸ ਕੇ ਮਿਲਦੇ ਸੀ। ਤੇ ਮੈਂ ਕਿਹਾ ਜੀ ਅਸੀਂ ਅੰਦਰ ਵੀ ਅੱਖਾਂ ਕੱਢਦੇ ਹਾਂ ਤੇ ਬਾਹਰ ਤੇ ਬਿਲਕੁਲ ਹੀ ਅਸੀਂ ਇੱਕ ਦੂਜੇ ਵੱਲ ਮਰਨ ਮਰਾਉਣ ਤੱਕ ਪਹੁੰਚ ਜਾਂਦੇ ਹਾਂ। ਮੈਂ ਕਿਹਾ ਜੀ ਮੈਂ ਬਿਲਕੁਲ ਤੁਹਾਡੇ ਨਾਲ ਐਗਰੀ ਕਰਦਾ ਕਿ ਪੋਲੀਟੀਕਲੀ ਅਸੀਂ ਬਹੁਤ ਡਿੱਗ ਗਏ ਹਾਂ। ਮੈਂ ਨਾ ਜੀ ਕੁਝ ਲੀਡਰਾਂ ਦੇ, ਸਿਰਫ ਲੀਡਰਾਂ ਦੇ, ਅਕਾਲੀ ਨੇ ਚਾਹੇ ਕਾਂਗਰਸੀ ਨੇ ਜਾਂ ਆਮ ਆਦਮੀ ਪਾਰਟੀ ਦਾ ਨਾਮ ਲਵਾਂਗਾ, ਤੁਹਾਡੇ ਜ਼ਿਹਨ 'ਚ ਉਹਨਾਂ ਦੇ ਬਾਰੇ ਕੀ ਖਿਆਲ ਆਉਂਦਾ? ਕੈਪਟਨ ਅਮਰਿੰਦਰ ਸਿੰਘ। ਕੈਪਟਨ ਅਮਰਿੰਦਰ ਸਿੰਘ 2002 ਤੋਂ ਬੜੇ ਵਧੀਆ ਬੰਦੇ ਸੀ। ਪਤਾ ਨਹੀਂ ਕਿਉਂ ਗੁੰਮਰਾਹ ਹੋ ਗਏ। ਦੇਖੋ ਮੈਂ ਅੱਜ ਵੀ ਪੂਰੀ ਕੈਪਟਨ ਸਾਹਿਬ ਦੀ ਰਿਸਪੈਕਟ ਕਰਦਾ। ਨੈਸ਼ਨਲਿਸਟ ਆ, ਦਲੇਰ ਆ, ਧਰਮ 'ਚ ਪੱਕਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ। ਸਰਦਾਰ ਪ੍ਰਕਾਸ਼ ਸਿੰਘ ਬੜੇ ਦੂਰ ਅੰਦੇਸ਼ੀ ਆਦਮੀ ਨੇ। ਵਾਕਿਆ ਹੀ ਉਹਨਾਂ ਦੇ ਨਾਲ ਦਾ ਮਿਆਰੀ ਬੰਦਾ ਕੋਈ ਨਹੀਂ। ਸੁਖਬੀਰ ਸਿੰਘ ਬਾਦਲ। ਮੇਰੇ ਖਿਆਲ ਉਹਨੇ ਤੇ ਪਰਿਵਾਰ ਹੀ ਡੋਬ ਲਿਆ। ਉਹ ਤਾਂ ਮੈਂ ਕਹੂੰਗਾ ਕਿ ਪਰ ਉਹ ਸ਼ਰਾਫਤ ਤੇ ਹੈਗੀ ਆ, ਪਰ ਉਹਨੂੰ ਸੰਭਲ ਜਾਣਾ ਚਾਹੀਦਾ ਤੇ ਮੇਰੇ ਖਿਆਲ ਠੀਕ ਹੋ ਜਾਊਗਾ। ਭਗਵੰਤ ਮਾਨ। ਇਹ ਤੇ ਇਹਨਾਂ ਬਾਰੇ ਤਾਂ ਮੈਂ ਕੁਝ ਕਹਿ ਹੀ ਨਹੀਂ ਸਕਦਾ ਕਿ ਜਿਹੜਾ ਚੀਫ ਮਿਨਿਸਟਰ ਨੂੰ ਦੂਜੇ ਦੀ ਰਿਸਪੈਕਟ ਹੀ ਨਹੀਂ ਪਤਾ ਤੇ ਨੁਕਸਾਨ ਹੋਏਗਾ ਪੰਜਾਬ ਦਾ। ਚਰਨਜੀਤ ਸਿੰਘ ਚੰਨੀ। ਚੰਨੀ ਸਾਹਿਬ ਸ਼ਰੀਫ ਆਦਮੀ ਸੀ। ਉਹਨਾਂ ਨੇ ਜੋ ਪੰਜਾਬ ਲਈ ਕੀਤਾ ਤੁਹਾਨੂੰ ਵੀ ਪਤਾ, ਬੜੇ ਵਧੀਆ ਸਟੈਪ ਚੁੱਕੇ, ਪਰ ਪਤਾ ਨਹੀਂ ਲੋਕਾਂ ਨੇ ਕਿਉਂ ਇਗਨੋਰ ਕੀਤਾ ਤੇ ਕਿਉਂ ਕੀਤਾ। ਇਹਦੇ 'ਚ ਨਵਜੋਤ ਸਿੱਧੂ। ਉਹਨਾਂ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਮੈਂ, ਕਿਉਂਕਿ ਮੇਰੀ ਉਹਨਾਂ ਨਾਲ ਬਹੁਤ ਹੈ ਨਹੀਂ। ਤੇ ਅਮਰਿੰਦਰ ਸਿੰਘ ਰਾਜਾ ਵੜਿੰਗ। ਵਧੀਆ ਮੁੰਡਾ, ਕੰਮ ਚਲਾ ਰਿਹਾ, ਐਨਰਜੈਟਿਕ ਹੈ, ਕਾਂਗਰਸ ਨੂੰ ਲੈ ਕੇ ਚੱਲ ਰਿਹਾ। ਸਾਡੇ ਨਾਲ ਜੁੜਨ ਲਈ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।